ਸਤਨਾਮ ਵਾਹਿਗੁਰੂ ਸਾਹਿਬ ਜੀਓ। ਮਨ ਮਾਇਆ ਮਹਿ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਤ ਨਾਹਿਨ ਪੀਤ। ਮਨ ਮਾਇਆ ਮਹਿ ਰਮ ਰਹਿਓ, ਨਿਕਸਤ ਨਾਹਿਨ ਮੀਤ। ਨਾਨਕ ਮੂਰਤ ਚਿਤਰ ਜਿਉ, ਛਾੜਿਤ ਨਾਹਿਨ ਪੀਤ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਨਰ ਚਾਹਤ ਕਛ ਔਰੈ ਕੀ ਔਰੈ ਭਈ। ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਕ ਸਵਰੂਪ, ਸਰਬ ਕਲਾ ਸਮਰੱਥ ਦੀਨ ਦੁਨੀਆ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸ਼ੋਭਾਇਮਾਨ ਸਾਧ ਸੰਗਤ ਜੀਓ, ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸ਼ਲੋਕਾਂ ਵਿੱਚ ਅੱਜ ਆਪਾਂ 37 ਔਰ 38 ਨੰਬਰ ਸ਼ਲੋਕਾਂ ਨੂੰ ਗੁਰੂ ਕਿਰਪਾ ਸਦਕਾ ਵਿਚਾਰਨ ਦਾ ਯਤਨ ਕਰਾਂਗੇ। ਦੋਵੇਂ ਹੀ ਸ਼ਲੋਕ ਆਪਸ ਵਿੱਚ ਸੰਬੰਧਿਤ ਹਨ। ਇੱਕ ਵਿੱਚ ਮਾਇਆ ਦੇ ਸਰੂਪ ਦੱਸੇ ਗਏ ਹਨ। ਮਾਇਆ ਵਿੱਚ ਫਸੇ ਹੋਏ ਮਨ ਦੀ ਹਾਲਾਤ ਵਰਣਨ ਕੀਤੀ ਗਈ ਹੈ ਔਰ ਉਦਾਹਰਨ ਦਿੱਤੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਕਿ ਮਨ ਜਦੋਂ ਵਾਰ-ਵਾਰ ਮਾਇਆ ਦਾ ਚਿੰਤਨ ਕਰਦਾ ਹੈ ਤੇ ਮਨ ਉਸ ਮਾਇਆ ਵਿੱਚ ਇਸ ਤਰ੍ਹਾਂ ਲੀਨ ਹੋ ਜਾਂਦਾ ਹੈ ਜਿਵੇਂ ਦੀਵਾਰ ਦੇ ਉੱਪਰ ਲੱਗੀ ਹੋਈ ਤਸਵੀਰ, ਉਕਰੀ ਹੋਈ ਤਸਵੀਰ ਜਾਂ ਕੋਈ ਕਾਗਜ਼ 'ਤੇ ਬਣਾਈ ਤਸਵੀਰ ਆਪਾਂ ਲਾ ਦਈਏ ਤੇ ਉਸ ਦੇ ਨਾਲ ਚੰਬੜ ਜਾਏ। ਇਸ ਤਰ੍ਹਾਂ ਮਨ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ, ਉਹਦੇ ਨਾਲੋਂ ਵੱਖਰਾ ਨਹੀਂ ਹੁੰਦਾ। ਇਸ ਤਰ੍ਹਾਂ ਦੀ ਹਾਲਾਤ ਪਹਿਲੇ ਸ਼ਲੋਕ ਵਿੱਚ ਹੈ। ਫਿਰ ਦੂਸਰੇ 38 ਨੰਬਰ ਸ਼ਲੋਕ ਵਿੱਚ ਇਸ ਦੇ ਕਾਰਨ ਨੇ ਕਿ ਕਿਉਂ ਇਸ ਤਰ੍ਹਾਂ ਮਨ ਪਾਗਲ ਦੀ ਤਰ੍ਹਾਂ, ਦੀਵਾਨੇ ਦੀ ਤਰ੍ਹਾਂ ਨਿਰੰਤਰ ਉਸ ਮਾਇਆ ਵਿੱਚ ਨਿਵਾਸ ਰੱਖਦਾ ਹੈ। ਉਹਦਾ ਕਾਰਨ ਹੈ ਇਸ ਦੀ ਹਉਮੈ। ਇਹਦੀ ਚਾਹਤ ਕੁਛ ਹੋਰ ਹੈ, ਪਰ ਇਸ ਬ੍ਰਹਿਮੰਡ ਦੇ ਵਿੱਚ ਚੱਲਦਾ ਪਰਮਾਤਮਾ ਦਾ ਹੁਕਮ ਇੱਕ ਵੱਖਰੀ ਚੀਜ਼ ਹੈ। ਜੋ ਮਨੁੱਖ ਚਾਹੁੰਦਾ ਉਹ ਕਦੀ ਨਹੀਂ ਵਾਪਰਦਾ, ਉਹਦੇ ਉਲਟ ਵਾਪਰਦਾ ਹੈ।
ਔਰ ਇਸ ਤਰ੍ਹਾਂ ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਜੀਵਨ ਅਖੀਰ ਨੂੰ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਔਰ ਇਸ ਅਮੋਲਕ ਜੀਵਨ ਦੀ ਪ੍ਰਾਪਤੀ ਤੋਂ ਬਾਅਦ ਵੀ ਮਨੁੱਖ ਇਸ ਧਰਤੀ ਤੋਂ ਖਾਲੀ ਹੱਥ ਵਾਪਸ ਮੁੜ ਜਾਂਦਾ ਹੈ। ਇਹ ਇਹਨਾਂ ਦੋਵਾਂ ਸ਼ਲੋਕਾਂ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਬਚਨ ਹਨ। ਸਤਿਗੁਰੂ ਨੇ ਬਚਨ ਕੀਤੇ, ਕਹਿੰਦੇ ਮਨ ਮਾਇਆ ਮੈਂ ਰਮ ਰਹਿਓ। ਰਮ ਦਾ ਅਰਥ ਹੈ ਭਿੱਜ ਜਾਣਾ, ਜਿਸ ਨੂੰ ਕੱਢਣਾ ਬਹੁਤ ਔਖਾ ਹੈ। ਜਿਵੇਂ ਆਪਾਂ ਉਦਾਹਰਨ ਦੇ ਤੌਰ ਤੇ ਮਿੱਟੀ ਦੇ ਵਿੱਚ, ਸੁੱਕੀ ਮਿੱਟੀ ਵਿੱਚ ਪਾਣੀ ਪਾਇਆ ਜਾਏ ਤੇ ਉਸ ਮਿੱਟੀ ਨੂੰ ਗੁੰਨ ਦਿੱਤਾ ਜਾਏ। ਪਹਿਲਾਂ ਪਾਣੀ ਵੱਖਰਾ ਸੀ, ਪਰ ਜਦੋਂ ਪਾਣੀ ਵਿੱਚ ਮਿੱਟੀ ਗੁੰਨੀ ਗਈ, ਉਹ ਪਾਣੀ ਉਹਦੇ ਵਿੱਚ ਸਮਾ ਗਿਆ। ਇਸ ਨੂੰ ਕਹਿੰਦੇ ਨੇ ਰਮ ਜਾਣਾ। ਹਜ਼ੂਰ ਕਹਿੰਦੇ ਨੇ ਮਾਇਆ ਵਿੱਚ, ਸੰਸਾਰ ਵਿੱਚ, ਪਦਾਰਥ ਵਿੱਚ, ਮਟੀਰੀਅਲ ਵਿੱਚ ਮਨ ਇਸ ਤਰ੍ਹਾਂ ਸਮਾ ਗਿਆ ਹੈ ਜਿਵੇਂ ਪਾਣੀ ਦੇ ਵਿੱਚ ਮਿੱਟੀ ਪਾਈਏ ਤੇ ਉਹ ਮਿੱਟੀ ਪਾਣੀ ਨੂੰ ਪੀ ਜਾਂਦੀ ਹੈ। ਜਾਂ ਆਟੇ ਵਿੱਚ ਪਾਣੀ ਪਾਉਂਦੇ ਆ, ਉਹ ਆਟਾ ਉਸ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ। ਉਸ ਨੂੰ ਕਹਿੰਦੇ ਨੇ ਰਮ ਜਾਣਾ, ਸਮਾ ਜਾਣਾ। ਹੁਣ ਇਸ ਸ਼ਲੋਕ ਵੱਲ ਧਿਆਨ ਦੇਣਾ। ਇਹਦੇ ਅੰਦਰ ਦੋ ਚੀਜ਼ਾਂ ਦੇ ਸੁਭਾਅ ਨੇ ਖਾਸ ਕਰਕੇ। ਇੱਕ ਤੇ ਮਾਇਆ ਦਾ ਸੁਭਾਅ ਔਰ ਇੱਕ ਮਨ ਦਾ ਸੁਭਾਅ ਹੈ। ਮਨ ਦਾ ਸੁਭਾਅ ਔਰ ਮਾਇਆ ਦੇ ਸੁਭਾਅ, ਇਹ ਗੁਰਬਾਣੀ ਵਿੱਚ ਕਈ ਥਾਵਾਂ ਤੇ ਵਰਣਨ ਕੀਤੇ ਗਏ ਨੇ। ਮਨ ਮਾਇਆ ਵਿੱਚ ਕਿਉਂ ਫਸਦਾ ਹੈ, ਕੀ ਕਾਰਨ ਨੇ? ਕਿਉਂਕਿ ਮਾਇਆ ਦਾ ਸਰੂਪ ਹੈ ਮਨ ਨੂੰ ਖਿੱਚਣ ਵਾਲਾ। ਤਿੰਨ ਚੀਜ਼ਾਂ ਸਾਨੂੰ ਦਿੱਤੀਆਂ ਗਈਆਂ, ਇੱਕ ਮਾਇਆ, ਇੱਕ ਮਨ ਤੇ ਇੱਕ ਧਰਮ। ਇਹ ਤਿੰਨ ਚੀਜ਼ਾਂ ਨੂੰ ਆਪਾਂ ਥੋੜ੍ਹਾ ਜਿਹਾ ਆਪਸ ਵਿੱਚ ਕਿੱਥੇ ਇਹਨਾਂ ਦਾ ਸੰਬੰਧ ਹੈ ਔਰ ਇਹ ਕਿੱਥੇ ਕਿੱਥੇ ਕੰਮ ਕਰਦੇ ਨੇ। ਧਰਮ ਬਾਰੇ ਆਪਾਂ ਆਮ ਤੌਰ 'ਤੇ ਸਮਝਦੇ ਹਾਂ। ਧਰਮ ਕਿਸ ਨੂੰ ਕਹੀਦਾ ਹੈ? ਧਰਮ ਦੇ ਅਰਥ ਸਿੱਧੇ ਸਾਦੇ ਨੇ। ਧਰਮ ਦੇ ਅਰਥ ਨੇ ਉਹ ਤਰੀਕਾ, ਉਹ ਦਾਤ, ਉਹ ਜੁਗਤ ਜਿਹਦੇ ਦੁਆਰਾ ਪਰਮਾਤਮਾ ਯਾਦ ਰਹਿ ਸਕੇ। ਧਰਮ ਦੇ ਸੰਖੇਪ ਜਿਹੇ ਅਰਥ ਇਹ ਹੋਣਗੇ ਕਿ ਉਹ ਕਾਰਜ, ਉਹ ਕੰਮ, ਭਾਵੇਂ ਉਹ ਜਪ ਹੈ, ਭਾਵੇਂ ਤਪ ਹੈ, ਭਾਵੇਂ ਪੜ੍ਹਨਾ ਹੈ, ਸੁਣਨਾ ਹੈ, ਸੇਵਾ ਕਰਨੀ ਹੈ, ਕਿਸੇ ਧਾਰਮਿਕ ਕੇਂਦਰ ਤੇ, ਅਸਥਾਨ ਤੇ, ਕਿਸੇ ਥਾਂ ਤੇ ਜਾਂਦੇ ਆ, ਯਾਨੀ ਕਿ ਇੱਕ ਤੋਂ ਲੈ ਕੇ ਜਿੰਨੇ ਮਰਜ਼ੀ ਕਰਮ ਬੰਦਾ ਕਰੇ, ਉਹ ਜਿੰਨੇ ਕਰਮ ਨੇ, ਧਰਮ ਉਸ ਨੂੰ ਕਹੀਦਾ ਕਿ ਜਿਨ੍ਹਾਂ ਕਰਮਾਂ ਕਰਕੇ ਰੱਬ ਦੀ ਯਾਦ ਅੰਦਰ ਨਿਰੰਤਰ ਬਣ ਜਾਏ, ਉਸ ਨੂੰ ਕਹਿੰਦੇ ਨੇ ਧਰਮ। ਇਹ ਧਰਮ ਦੀ ਪਰਿਭਾਸ਼ਾ ਹੈ। ਹੁਣ ਮਨ ਦੀ ਪਰਿਭਾਸ਼ਾ ਗੁਰਬਾਣੀ ਵਿੱਚੋਂ ਪੜ੍ਹੀਏ। ਮਨ ਕੀ ਹੈ? ਮਨ ਕਿੱਥੋਂ ਪੈਦਾ ਹੋਇਆ? ਕਬੀਰ ਸਾਹਿਬ ਕਹਿੰਦੇ ਨੇ ਇਹ ਮਨ ਪੰਚ ਤੱਤ ਤੇ ਜਨਮਾ। ਉਹਨਾਂ ਨੇ ਇਹ ਵੀ ਕਿਹਾ ਕਿ ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ। ਇਹ ਜਿਹੜਾ ਮਨ ਹੈ ਨਾ, ਕਿਉਂਕਿ ਸਾਧ ਸੰਗਤ, ਉਹ ਧਾਰਮਿਕ ਮਨੁੱਖ ਜਿਹੜੀ ਮਨ ਦੀ ਵਿਆਖਿਆ ਬਾਰੇ ਨਹੀਂ ਜਾਣਦਾ ਜਾਂ ਆਪਣੇ ਮਨ ਬਾਰੇ ਕੁਝ ਵੀ ਜਾਣਨਾ ਹੀ ਨਹੀਂ ਚਾਹੁੰਦਾ, ਉਹਦੇ ਬਾਰੇ ਇਹ ਕਹਿਣਾ ਕੋਈ ਅਯੋਗ ਨਹੀਂ ਹੋਵੇਗਾ ਕਿ ਉਸ ਬੰਦੇ ਨੇ ਕੇਵਲ ਧਰਮ ਦੇ ਕੱਪੜੇ ਪਾਏ। ਕਿਉਂਕਿ ਸਾਰੇ ਦਾ ਸਾਰਾ ਧਰਮ ਮਨ ਦੇ ਦੁਆਲੇ ਘੁੰਮਦਾ। ਇਕੱਲਾ ਧਰਮ ਨਹੀਂ, ਸੰਸਾਰ ਵੀ ਮਨ ਦੇ ਦੁਆਲੇ ਘੁੰਮਦਾ ਹੈ, ਮਨ ਨਾਲ ਸੰਬੰਧਿਤ ਚੀਜ਼ ਹੈ। ਮਨ ਪੈਦਾ ਕਿੱਥੋਂ ਹੁੰਦਾ ਹੈ? ਕਿਉਂਕਿ ਵਾਰ-ਵਾਰ ਧਾਰਮਿਕ ਬੰਦਾ ਸ਼ਿਕਾਇਤ ਕਰਦਾ ਹੈ ਕਿ ਮੇਰਾ ਮਨ ਸਭ ਕੁਝ ਸੁਣ ਵੀ ਲੈਂਦਾ ਔਰ ਫਿਰ ਇਹ ਸਭ ਕੁਝ ਸਮਝਣ ਤੋਂ ਬਾਅਦ ਵੀ ਉਸ ਚੀਜ਼ ਨੂੰ ਕਮਾਉਣ ਵਾਸਤੇ ਤਿਆਰ ਨਹੀਂ ਹੁੰਦਾ। ਹੁਣ ਜਿਹੜੀ ਚੀਜ਼ ਦੀ ਲੋੜ ਵਿੱਚ ਪੈਣੀ, ਉਹਦੇ ਬਾਰੇ ਸਮਝਣਾ ਬੜਾ ਜ਼ਰੂਰੀ ਹੈ। ਮਨ ਦਾ ਸੁਭਾਅ ਕੀ ਹੈ? ਪੈਦਾ ਕਿੱਥੋਂ ਹੋਇਆ? ਮਨ ਦੀ ਪੈਦਾਇਸ਼ ਕਿੱਥੋਂ ਹੋਈ ਹੈ? ਇਸ ਮਨੁੱਖੀ ਸਰੀਰ ਦੀ ਪਹਿਲ, ਸਭ ਤੋਂ ਪਹਿਲਾਂ ਜਿਹੜਾ ਸੀ ਸਰੀਰ ਦੀ ਸ਼ੁਰੂਆਤ ਹੋਈ,
ਇਹਦੇ ਵਿੱਚ ਪਰਮਾਤਮਾ ਨੇ ਆਪਣੀ ਜੋਤ ਰੱਖੀ ਹੈ। ਗੁਰਬਾਣੀ ਵਿੱਚ ਲਿਖਿਆ ਕਿ ਮਾਤਾ ਪਿਤਾ ਦੇ ਸੰਯੋਗ ਤੋਂ ਸਰੀਰ ਬਣਿਆ, ਸਰੀਰ ਵਿੱਚ ਸਭ ਤੋਂ ਪਹਿਲਾਂ ਜੋਤ ਟਿਕਾਈ ਹੈ। ਜੋਤ ਟਿਕਾਉਣ ਤੋਂ ਬਾਅਦ ਜਦੋਂ ਸਰੀਰ ਪੂਰਾ ਬਣ ਗਿਆ ਤੇ ਪੂਰੇ ਸਰੀਰ ਤੋਂ ਬਾਅਦ ਫਿਰ ਸਾਡਾ ਜਨਮ ਹੋਇਆ। ਜਨਮ ਤੋਂ ਪਹਿਲਾਂ ਸਾਡੇ ਸਵਾਸ ਬੰਦ ਸਨ। ਇਹ ਤੇ ਸਾਡੇ ਸਾਹਮਣੇ, ਇਹਦੇ ਵਾਸਤੇ ਕਿਸੇ ਉਦਾਹਰਨ ਦੀ ਲੋੜ ਨਹੀਂ ਕਿ ਜਿੰਨਾ ਚਿਰ ਅਸੀਂ ਜਨਮ ਨਹੀਂ ਲਿਆ, ਇੱਥੋਂ ਤੱਕ ਵੀ ਆਪਾਂ ਵੇਖ ਸਕਦੇ ਹਾਂ ਕਿ ਜਨਮ ਦੇ ਸਮੇਂ ਬੱਚੇ ਦੇ ਸਵਾਸ ਨਹੀਂ ਚੱਲਦੇ ਹੁੰਦੇ। ਜਦੋਂ ਜਨਮ ਲੈਂਦਾ ਹੈ ਤੇ ਉਹਦੇ ਤੋਂ ਬਾਅਦ ਉਹ ਇੱਕ ਲੰਮੀ ਚੀਖ ਮਾਰਦਾ, ਇੱਕ ਆਵਾਜ਼ ਆਉਂਦੀ ਉਹਦੇ ਰੋਣ ਦੀ, ਸਰੀਰ ਵਿੱਚ ਹਰਕਤ ਹੁੰਦੀ ਹੈ ਤੇ ਸਵਾਸ ਉਦੋਂ ਲਾਗੂ ਹੁੰਦਾ ਹੈ, ਸਵਾਸ ਚੱਲਣਾ ਸ਼ੁਰੂ ਹੋ ਜਾਂਦਾ ਹੈ। ਔਰ ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਜਨਮ ਸਮੇਂ ਕਿਸੇ ਕਾਰਨ ਕਰਕੇ ਬੱਚਾ ਸਵਾਸ ਨਹੀਂ ਲੈਂਦਾ ਤੇ ਫਿਰ ਉਸ ਬੱਚੇ ਨੂੰ ਪੁੱਠਾ ਲਮਕਾ ਕੇ ਉਸ ਦੀ ਰੀੜ੍ਹ ਦੀ ਹੱਡੀ 'ਤੇ ਚੋਟ ਮਾਰੀ ਜਾਂਦੀ ਹੈ। ਜਨਮ ਸਮੇਂ ਇੱਕੋ ਹੀ ਤਰੀਕਾ ਹੈ ਉਹਦੇ ਸਵਾਸ ਨੂੰ ਚਲਾਉਣ ਦਾ, ਹੋਰ ਕੋਈ ਰਸਤਾ ਨਹੀਂ। ਤੁਸੀਂ ਕਿਤੇ ਵੇਖਿਆ ਹੋਵੇਗਾ ਜਾਂ ਮੈਡੀਕਲ ਵਿੱਚ ਇਹ ਆਮ ਤੌਰ 'ਤੇ ਜਾਣਿਆ ਜਾਂਦਾ ਕਿ ਜਦੋਂ ਬੱਚਾ ਜਨਮ ਲੈਂਦਾ, ਜੇ ਉਹ ਰੋਏ ਨਾ ਤੇ ਸਵਾਸ ਨਹੀਂ ਆਉਂਦਾ, ਆਵਾਜ਼ ਤੋਂ ਬਿਨਾਂ ਸਵਾਸ ਨਹੀਂ ਚੱਲੇਗਾ। ਤੇ ਜਦੋਂ ਸਵਾਸ ਨਹੀਂ ਲੈਂਦਾ ਤਾਂ ਫਿਰ ਉਹਦਾ ਇੱਕ ਸਵਾਸ ਨੂੰ ਚਲਾਉਣ ਦਾ ਇੱਕੋ ਹੀ ਤਰੀਕਾ ਹੈ ਕਿ ਉਸ ਬੱਚੇ ਦੇ ਪੈਰ ਫੜ ਕੇ ਉਸ ਨੂੰ ਪੁੱਠਾ ਲਮਕਾ ਕੇ ਉਸ ਦੀ ਰੀੜ੍ਹ ਦੀ ਹੱਡੀ ਦੇ ਉੱਤੇ ਉਂਗਲਾਂ ਦੇ ਨਾਲ ਚੋਟ ਕੀਤੀ ਜਾਂਦੀ ਹੈ। ਜਦੋਂ ਚੋਟ ਵੱਜਦੀ ਹੈ, ਉਸ ਦਾ ਧਿਆਨ ਜੋ ਕਿ ਰੀੜ੍ਹ ਦੀ ਹੱਡੀ ਵਿੱਚ ਕੰਮ ਕਰ ਰਿਹਾ ਹੁੰਦਾ ਹੈ, ਰੀੜ੍ਹ ਦੀ ਹੱਡੀ ਵਿੱਚ ਜਿਹਨੂੰ ਕਹਿੰਦੇ ਨੇ ਇੜਾ ਪਿੰਗਲਾ ਔਰ ਸੁਖਮਣਾ ਤੀਨ ਬਸੈ ਇੱਕ ਠਾਈ, ਜਿਹਦੇ ਰਾਹੀਂ ਬੰਦੇ ਦੀ ਨਾਭੀ ਦਾ ਸੰਬੰਧ ਉਹਦੇ ਦਸਮ ਨਾਲ, ਦਿਮਾਗ ਨਾਲ ਜੁੜਿਆ ਹੈ। ਉਹਦੇ 'ਤੇ ਜਦੋਂ ਚੋਟ ਵੱਜਦੀ ਹੈ, ਬੱਚਾ ਇੱਕੋ ਦਮ ਸ਼ਬਦ ਪੈਦਾ ਕਰਦਾ ਹੈ। ਭਾਵੇਂ ਉਹਨੂੰ ਅਸੀਂ ਰੋਣਾ ਕਹਿੰਦੇ ਹਾਂ, ਅਸੀਂ ਕਹਿੰਦੇ ਹਾਂ ਬੱਚਾ ਰੋਇਆ ਹੈ। ਇਹ ਵੀ ਵਿਆਖਿਆਕਾਰਿਆਂ ਆਪਣਾ ਤਰੀਕਾ ਫਿਲਾਸਫੀ ਦਾ ਵਿਆਖਿਆ ਇਹ ਵੀ ਕੀਤੀ ਗਈ ਹੈ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤੇ ਰੋਂਦਾ ਹੈ, ਰੋਣ ਦਾ ਕਾਰਨ ਕਈ ਦੱਸੇ ਗਏ ਨੇ ਵੀ ਸੰਸਾਰ ਵਿੱਚ ਦੁੱਖ ਉਹਨੂੰ ਮਿਲਦਾ, ਦਰਦ ਹੁੰਦੀ ਹੈ, ਕਈ ਕੁਝ, ਪਰ ਇਹ ਖਿਆਲ ਰੱਖਣਾ ਉਸ ਵੇਲੇ ਬੱਚੇ ਨੂੰ ਦਰਦ ਨਹੀਂ ਹੈ, ਕਿਉਂਕਿ ਕੁਦਰਤ ਉਹਦੀ ਸੰਭਾਲ ਕਰ ਰਹੀ ਹੈ। ਦਰਦ ਦਾ ਉੱਥੇ ਕੋਈ ਕੰਮ ਨਹੀਂ। ਪਰ ਉਹਦੇ ਰੋਣ ਤੋਂ ਇੱਕ ਤੇ ਦੋ ਕਾਰਨ ਹੋ ਸਕਦੇ ਨੇ ਉਹਦੇ ਰੋਣ ਦੇ, ਕਿਉਂਕਿ ਅੰਦਰ ਉਹ ਬੜੇ ਰਸ ਵਿੱਚ ਹੁੰਦਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹੁਕਮ ਭਇਆ ਗਰਬਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ ਖਸਮ ਛੇਤੀ ਅਰਦਾਸ। ਉੱਥੇ ਤਪ ਕਰਦਾ ਸੀ, ਉਰਦ ਦਾ ਭਾਵ ਪੁੱਠਾ ਲਮਕ ਕੇ ਧਿਆਨ ਲੱਗਾ ਹੋਇਆ ਸੀ। ਤੇ ਧਿਆਨ ਇੱਕ ਐਸੀ ਚੀਜ਼ ਹੈ, ਧਿਆਨ ਕਿਤੇ ਵੀ ਲੱਗ ਜਾਏ, ਉੱਥੋਂ ਧਿਆਨ ਦੂਸਰਾ ਬੰਦਾ ਖਿੱਚਣ ਦਾ ਯਤਨ ਕਰੇ ਤੇ ਬੰਦੇ ਨੂੰ ਕ੍ਰੋਧ ਆਏਗਾ, ਗੁੱਸਾ ਆਏਗਾ, ਬੇਸਵਾਦੀ ਹੋਵੇਗੀ। ਬੱਚੇ ਦਾ ਜਦੋਂ ਧਿਆਨ ਟੁੱਟਦਾ ਹੈ, ਧਿਆਨ ਟੁੱਟਣ ਤੋਂ ਬਾਅਦ ਜਿਹੜੀ ਪਹਿਲੀ ਉਹ ਹਰਕਤ ਕਰਦਾ ਸੰਸਾਰ ਵਿੱਚ, ਸਭ ਤੋਂ ਪਹਿਲੀ ਹਰਕਤ ਹੁੰਦੀ ਉਹਦੇ ਗਲੇ ਦੇ ਵਿੱਚੋਂ ਆਵਾਜ਼ ਨਿਕਲਦੀ, ਸ਼ਬਦ। ਔਰ ਇਹਨੂੰ ਕਿਹਾ ਕੀਤਾ ਪਸਾਓ ਏਕੋ ਕੁਆਓ। ਕੁਆਓ ਦਾ ਅਰਥ ਹੁੰਦਾ, ਪਹਿਲੀ ਆਵਾਜ਼ ਆਉਂਦੀ ਹੈ ਤੇ ਆਵਾਜ਼ ਦੇ ਆਉਂਦਿਆਂ ਹੀ ਜੀਵਨ ਦੀ ਹਰਕਤ ਸ਼ੁਰੂ ਹੋ ਜਾਂਦੀ ਹੈ। ਸ਼ਬਦ ਤੋਂ ਜੀਵਨ ਸ਼ੁਰੂ ਹੁੰਦਾ ਹੈ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਉਹ ਜੀਵਨ ਸ਼ੁਰੂ ਹੋਇਆ ਤੇ ਸਵਾਸ ਆਇਆ। ਮੈਂ ਗੱਲ ਮਨ ਦੀ ਕਰ ਰਿਹਾ ਸੀ। ਆਪਾਂ ਇਸ ਵਿਆਖਿਆ ਨੂੰ ਸਮਝਣ ਲਈ ਥੋੜ੍ਹਾ ਜਿਹਾ ਦੂਰ ਚਲੇ ਗਏ ਕਿ ਮਨ ਕਿੱਥੋਂ ਪੈਦਾ ਹੁੰਦਾ। ਪਹਿਲਾਂ ਤੇ ਆਤਮਾ ਹੀ ਸੀ ਤੇ ਸਰੀਰ ਸਨ, ਦੋ ਸਨ। ਗੁਰੂ ਅਮਰਦਾਸ ਜੀ ਕਹਿੰਦੇ ਨੇ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ। ਮਨ ਕਦੋਂ ਬਣਿਆ? ਜਦੋਂ ਪਹਿਲਾ ਸਵਾਸ ਚੱਲਿਆ, ਉਦੋਂ ਮਨ ਪੈਦਾ ਹੋ ਗਿਆ। ਇੱਕਦਮ ਮਨ ਨੇ ਜਨਮ ਲਿਆ। ਮਨ ਉੱਥੋਂ ਪੈਦਾ ਹੋਇਆ ਜਦੋਂ ਸਵਾਸ ਪੰਜਾਂ ਹੀ ਤੱਤਾਂ ਦੇ ਨਾਲ ਟਕਰਾਇਆ, ਆਤਮਾ ਦੇ ਵਿੱਚੋਂ ਨਿਕਲ ਕੇ। ਉੱਥੇ ਕਬੀਰ ਜੀ ਕਹਿੰਦੇ ਨੇ, ਇਹ ਮਨ ਪੰਚ ਤੱਤ ਕੋ ਜੀਓ। ਇਹਦਾ ਮੁੱਢ ਤਾਂ ਆਤਮਾ ਵਿੱਚ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇਹਦੀ ਜੜ ਤੇ ਹੈ ਬੰਦੇ ਦੀ ਜੋਤ ਵਿੱਚ, ਆਤਮਾ ਵਿੱਚ। ਪਰ ਜਦੋਂ ਇਹ ਜਨਮ ਲੈ ਲੈਂਦਾ ਹੈ, ਜਨਮ ਦਾ ਕਾਰਨ ਇਹ ਸਰੀਰ ਨਾਲ ਆਤਮਾ ਦਾ ਸਵਾਸ ਦਾ ਸੰਬੰਧਿਤ ਹੋਣਾ। ਉੱਥੋਂ ਮਨ ਦੀ ਖੇਡ ਸ਼ੁਰੂ ਹੋ ਜਾਂਦੀ ਹੈ। ਹੁਣ ਮਨ ਉੱਥੇ ਵਿਚਕਾਰ ਖੜਾ, ਕਿਉਂਕਿ ਮੈਂ ਸ਼ੁਰੂ ਵਿੱਚ ਕਿਹਾ ਸੀ, ਗੁਰੂ
ਤੇਗ ਬਹਾਦਰ ਸਾਹਿਬ ਕਹਿ ਰਹੇ ਨੇ, ਮਨ ਮਾਇਆ ਮੈਂ ਰਮ ਰਿਓ। ਇਹ ਮਨ ਕੀ ਹੈ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਵਾਰ-ਵਾਰ ਕਹਿਣਗੇ। ਅਸੀਂ ਕਹਿੰਦੇ ਹਾਂ ਬਾਣੀ ਪੜ੍ਹੋ, ਬਾਣੀ ਸੁਣੋ, ਕੀਰਤਨ ਕਰੋ, ਕੀਰਤਨ ਸੁਣੋ, ਕਥਾ ਸੁਣੋ, ਪਰ ਜਿਸ ਬਾਣੀ ਨੂੰ ਪੜ੍ਹਨਾ ਹੈ, ਕੀਰਤਨ ਸੁਣਨਾ ਹੈ, ਕਥਾ ਸੁਣਨੀ, ਉਹਦੇ ਵਿੱਚ ਕਿਹਦੀ ਵਾਰ-ਵਾਰ ਗੱਲ ਆ ਰਹੀ? ਉਹ ਹੈ ਮਨ। ਔਰ ਮਨ ਜਨਮਿਆ ਕਿੱਥੋਂ ਹੈ? 5 ਤੱਤਾਂ ਤੋਂ ਪੈਦਾ ਹੋਇਆ ਹੈ। ਉੱਥੋਂ ਮਨ ਦੀ ਖੇਡ ਸ਼ੁਰੂ ਹੋ ਗਈ। ਹੁਣ ਪਹਿਲਾਂ 2 ਚੀਜ਼ਾਂ ਸਨ, ਇੱਕ ਬੰਦੇ ਦੀ ਆਤਮਾ, ਇੱਕ ਇਹਦਾ ਸਰੀਰ। ਪਰ ਜਦੋਂ ਸਵਾਸ ਚੱਲਣ ਲੱਗ ਪਏ, ਪ੍ਰਾਣ ਚੱਲਣ ਲੱਗ ਪਏ, ਉਦੋਂ ਇੱਕ ਤੀਜੀ ਸ਼ਕਤੀ ਵਿੱਚ ਖੜੀ ਹੋ ਗਈ ਆ ਕੇ, ਉਹਨੂੰ ਕਹਿੰਦੇ ਨੇ ਮਨ। ਮਨ ਵਿਚਕਾਰ ਹੈ, ਇੱਕ ਪਾਸੇ ਸਰੀਰ, ਇੱਕ ਪਾਸੇ ਆਤਮਾ, ਜਾਂ ਇੰਜ ਇਹਨੂੰ ਕਹਿ ਲਈਏ ਮਨ ਵਿਚਕਾਰ ਖੜਾ ਹੈ, ਇੱਕ ਪਾਸੇ ਮਾਇਆ, ਇੱਕ ਪਾਸੇ ਪਰਮਾਤਮਾ। ਹੁਣ ਇਹ ਜਿਹੜਾ ਮਨ ਹੈ, ਕਿਉਂਕਿ ਬਾਹਰਮੁਖੀ ਹੈ, ਇਹਦੀ ਖਿੱਚ ਕੁਦਰਤੀ ਤੌਰ 'ਤੇ ਸਰੀਰ ਵੱਲ ਜ਼ਿਆਦਾ ਰਹਿੰਦੀ ਹੈ। ਜੇ ਇਹਨੂੰ ਆਤਮਾ ਵੱਲ ਵਾਪਸ ਲੈ ਕੇ ਜਾਣਾ ਨਾ, ਬਹੁਤ ਔਖਾ ਹੈ। ਉਹਦੇ ਵਾਸਤੇ ਸਾਨੂੰ ਪ੍ਰਯਤਨ ਕਰਨਾ ਪਏਗਾ। ਉਹਦੇ ਵਾਸਤੇ ਤੁਸੀਂ ਵੇਖਦੇ ਹੋ ਕਿੰਨੇ ਗ੍ਰੰਥ ਲਿਖੇ ਗਏ ਨੇ, ਕਿੰਨੇ ਉਪਦੇਸ਼ ਦਿੱਤੇ ਗਏ ਨੇ, ਕਿੰਨੇ ਲੋਕ ਰੋਜ਼ ਇਹਦੇ ਬਾਰੇ ਗੱਲ ਕਰਦੇ ਨੇ। ਆਦਮੀ ਖੁਦ ਵੀ ਮਨ ਨੂੰ ਰੋਕਣ ਵਾਸਤੇ ਪੜ੍ਹਦਾ, ਸੁਣਦਾ, ਵਿਚਾਰਦਾ, ਕਿਤਾਬਾਂ ਲਿਖਦਾ ਹੈ, ਕਿਤਾਬਾਂ ਪੜ੍ਹਦਾ ਹੈ ਕਿ ਮੇਰਾ ਮਨ ਕਿਤੇ ਟਿਕ ਜਾਏ, ਪਰ ਮਨ ਫਿਰ ਵੀ ਟਿਕਣ ਵੱਲ ਨਹੀਂ। ਟਿਕਣ ਦਾ ਅਰਥ ਉਹ ਆਪਣੇ ਘਰ ਵੱਲ ਨਹੀਂ ਆਉਂਦਾ, ਮੂਲ ਨਾਲ ਨਹੀਂ ਜੁੜਦਾ। ਉਹਦੀ ਆਦਤ ਹੈ ਬਾਹਰ ਨੂੰ ਭੱਜਣ ਦੀ। ਫਿਰ ਇਹ ਜਿਹੜਾ ਮਨ ਹੈ ਸਰੀਰ ਵੱਲ, ਯਾਨੀ ਕਿ ਮਾਇਆ ਵੱਲ ਰੁਚਿਤ ਹੋ ਗਿਆ। ਸਰੀਰ ਨੇ ਇਹਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਕਦੀ ਇਹ ਮਨ ਅੱਖ ਦੇ ਰਾਹੀਂ ਸੰਸਾਰ ਨੂੰ ਵੇਖਦਾ ਅਤੇ ਸੰਸਾਰ ਦੀਆਂ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਨੇ ਖਿੱਚ ਖਿੱਚ ਕੇ ਆਪਣੇ ਵਿੱਚ ਜਮ੍ਹਾਂ ਕਰੀ ਜਾਂਦਾ ਹੈ। ਆਪਾਂ ਸਿਰਫ ਵੇਖਣਾ ਕਿ ਮਨ ਮਾਇਆ ਮੈਂ ਰਮ ਰਿਓ। ਇਹ ਮਨ ਮਾਇਆ ਦੇ ਵਿੱਚ ਕਿਉਂ ਫਸਦਾ, ਇਹਦੇ ਕੀ ਕਾਰਨ ਨੇ? ਉਹ ਮਨ ਵਾਰ-ਵਾਰ ਸੰਸਾਰ ਦੀਆਂ ਤਸਵੀਰਾਂ ਖਿੱਚੇਗਾ। ਜੋ ਕੁਝ ਇਹਦੇ ਸਾਹਮਣੇ ਆਏਗਾ, ਜੇ ਤੇ ਚੰਗਾ ਮਕਾਨ ਆ ਗਿਆ ਤੇ ਮਕਾਨ ਦਾ ਨਕਸ਼ਾ ਵੇਖੇਗਾ, ਉਹਦੀ ਸੁੰਦਰਤਾ ਵੇਖੇਗਾ, ਉਹਦੀ ਤਸਵੀਰ ਆਪਣੇ ਅੰਦਰ ਉਕਰ ਲਏਗਾ। ਫਿਰ ਉੱਥੇ ਇੱਕ ਸੰਕਲਪ ਪੈਦਾ ਹੋਵੇਗਾ ਵੀ ਇਵੇਂ ਦਾ ਮਕਾਨ ਇੱਕ ਦਿਨ ਮੈਂ ਵੀ ਬਣਾਉਣਾ ਹੈ। ਅੰਦਰ ਇੱਕ ਵਿਚਾਰ ਆ ਗਿਆ, ਵਿਚਾਰ ਪੈਦਾ ਹੋ ਗਿਆ। ਹੁਣ ਵਿਚਾਰ ਜਵਾਨ ਹੋਣ ਲੱਗ ਪਿਆ, ਉਹ ਵੱਧਦਾ ਗਿਆ ਅਤੇ ਇੱਕ ਦਿਨ ਉਸ ਵਿਚਾਰ ਨੇ ਮਨ ਨੂੰ ਘੇਰ ਲਿਆ। ਉਹਦੇ ਪਿੱਛੇ ਦਿਨ ਰਾਤ ਉਹਦੀ ਚਿਤਵਣੀ ਚੱਲਦੀ ਰਹੀ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਚਿਤਵਤ ਰਹਿਓ ਠਗੌਰ। ਬੰਦਾ ਚਿਤਵਦਾ ਰਹਿੰਦਾ ਹੈ। ਠਗੌਰ ਦੇ ਅਰਥ ਹੁੰਦੇ ਨੇ ਉਹ ਠੱਗ। ਇਹ 3-4 ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਚੋਰ ਔਰ ਸੰਸਾਰ ਵਿੱਚ ਵੀ ਪ੍ਰਚਲਿਤ ਨੇ। ਚੋਰ ਸ਼ਬਦ ਵਰਤਿਆ ਜਾਂਦਾ ਹੈ, ਇੱਕ ਡਕੈਤ ਅਤੇ ਇੱਕ ਠੱਗ। ਚੋਰ ਦਾ ਅਰਥ ਹੈ ਜਦੋਂ ਘਰ ਦੇ ਸੌਂ ਜਾਣ ਉਦੋਂ ਚੋਰੀ ਕਰਦਾ ਹੈ, ਅਤੇ ਜਿਹੜਾ ਧਾੜਵੀ ਹੈ, ਡਕੈਤ, ਉਹਨੂੰ ਸੌਣ ਨਾਲ ਕੋਈ ਨਾਤਾ ਨਹੀਂ। ਉਹ ਸਿੱਧਾ ਹਥਿਆਰ ਲੈ ਕੇ ਆਉਂਦਾ ਅਤੇ ਜਿਉਂਦਿਆਂ ਜਾਗਦਿਆਂ ਤੋਂ ਖੋਹ ਕੇ ਲੈ ਜਾਂਦਾ ਹੈ। ਅਤੇ ਇੱਕ ਤੀਸਰੀ ਦਸ਼ਾ ਉਹਨੂੰ ਕਹਿੰਦੇ ਨੇ ਠੱਗ। ਉਹਨੂੰ ਇਹ ਵੀ ਪਰਵਾਹ ਨਹੀਂ, ਕੋਈ ਸੁੱਤਾ ਹੈ, ਉਹਦੇ ਕੋਲ ਇੱਕ ਬੂਟੀ ਹੁੰਦੀ ਹੈ, ਇੱਕ ਸੁੰਘਣ ਵਾਲਾ, ਇੱਕ ਕੋਈ ਨਾ ਕੋਈ ਉਹਦੇ ਕੋਲ ਸਪਰੇਅ ਹੋਵੇਗੀ ਜਾਂ ਹੋਰ ਤਰੀਕੇ ਨੇ। ਪਹਿਲਾਂ ਬੂਟੀਆਂ ਸਨ। ਉਹ ਆਪਣੀ ਜੇਬ ਵਿੱਚੋਂ ਵਹਿੰਦਾ ਵੀ ਕਿਸ ਬੰਦੇ ਦੇ ਕੋਲ ਮਾਇਆ ਹੈ, ਉਹਦੇ ਨਾਲ ਬੈਠ ਕੇ ਗੱਲਾਂ ਬਾਤਾਂ ਕਰਦਾ ਹੈ, ਅਤੇ ਗੱਲਾਂ ਬਾਤਾਂ ਕਰਦਾ ਕਰਦਾ ਆਪਣੀ ਜੇਬ ਵਿੱਚੋਂ ਬੂਟੀ ਕੱਢ ਕੇ ਉਹਦੇ ਨੱਕ ਦੇ ਨੇੜੇ ਕਰਦਾ ਹੈ। ਉਸ ਨਾਸਕਾ ਦੇ ਰਾਹੀਂ ਉਹਦੀ ਜਿਹੜੀ ਸਮੈਲ ਸੁਗੰਧੀ ਅੰਦਰ ਜਾਂਦੀ ਹੈ, ਉਹਦੇ ਨਾਲ ਉਹ ਬੰਦਾ ਬੇਹੋਸ਼ ਹੋ ਜਾਂਦਾ ਹੈ, ਅਤੇ ਫਿਰ ਬੇਹੋਸ਼ ਹੋਏ ਬੰਦੇ ਨੂੰ ਉਹ ਠੱਗ ਕੇ ਲੈ ਜਾਂਦਾ ਹੈ, ਉਹਦੀ ਚੋਰੀ ਕਰ ਲੈਂਦਾ। ਇਹ ਤਰੀਕਾ ਹੈ। ਚਿਤਵਤ ਰਹਿਓ ਠਗੌਰ। ਕਹਿੰਦੇ ਨੇ ਬੰਦਾ ਠੱਗ ਦੂਜਿਆਂ ਨੂੰ ਬਣ ਕੇ ਠੱਗਣਾ ਚਾਹੁੰਦਾ ਹੈ, ਸੰਸਾਰ ਨੂੰ ਠੱਗ ਕੇ ਆਪ ਠੱਗ ਬਣਨ ਦਾ ਯਤਨ ਕਰਦਾ ਹੈ, ਪਰ ਉਹਨੂੰ ਇਹ ਪਤਾ ਨਹੀਂ ਵੀ ਤੇਰੇ ਤੋਂ ਵੱਡਾ ਠੱਗ ਮਾਇਆ ਹੈ, ਉਹਨੇ ਤੈਨੂੰ ਠੱਗ ਲੈਣਾ। ਮਾਇਆ ਦਾ ਅਰਥ ਠੱਗ, ਯਾਨੀ ਕਿ ਬੰਦੇ ਦੀ ਮੱਤ ਨੂੰ ਬੇਹੋਸ਼ ਕਰਨ ਵਾਲੀ ਸ਼ਕਤੀ। ਮੈਂ ਬੇਨਤੀ ਕਰ ਰਿਹਾ ਸੀ, ਮਨ ਅੱਖ ਦੇ ਰਾਹੀਂ ਜਦੋਂ ਮਕਾਨ ਨੂੰ ਵੇਖਦਾ ਹੈ ਅਤੇ ਉਸ ਤਰ੍ਹਾਂ ਦੇ ਮਕਾਨ ਦੀ ਤ੍ਰਿਸ਼ਨਾ ਦੀ ਲਪਟ ਅੰਦਰ ਪੈਦਾ ਹੋ ਜਾਂਦੀ। ਫਿਰ ਉਹਦੇ ਵਾਸਤੇ ਸਾਰੀ ਉਮਰ ਕੰਮ ਕਰੇਗਾ, ਉਹਦੇ ਵਾਸਤੇ ਭੱਜੇਗਾ, ਅਤੇ ਫਿਰ ਭੱਜਦਾ ਭੱਜਦਾ ਆਪਣੇ ਮੂਲ ਤੋਂ ਇੰਨੀ ਦੂਰ ਚਲਾ ਜਾਏਗਾ ਕਿ ਉਸ ਮਕਾਨ ਦਾ ਇੱਕ ਸੁਭਾਅ
ਉਹਦੇ ਅੰਦਰ ਆਉਣਾ ਸ਼ੁਰੂ ਹੋ ਜਾਏਗਾ। ਇਹ ਬੜੀ ਲੰਮੀ ਵਿਆਖਿਆ ਦੇ ਵਿੱਚੋਂ ਵਿਆਖਿਆ ਨਿਕਲਦੀ। ਜਦੋਂ ਅਸੀਂ ਵਾਰ-ਵਾਰ ਚਿਤਵਤ ਰਹਿਓ ਠਗੌਰ, ਵਾਰ-ਵਾਰ ਜਦੋਂ ਚੇਤੇ ਕਰਾਂਗੇ ਜਿਹੜੀ ਚੀਜ਼ ਨੂੰ, ਸਾਧ ਸੰਗਤ ਕੱਲੀਆਂ ਜਿਉਂਦੀਆਂ ਚੀਜ਼ਾਂ ਦਾ ਸੁਭਾਅ ਨਹੀਂ, ਜਿਹੜੀਆਂ ਚੀਜ਼ਾਂ ਪੱਥਰ ਦੀਆਂ ਬਣੀਆਂ ਨੇ, ਲੋਹੇ ਦੀਆਂ ਬਣੀਆਂ ਨੇ, ਕਿਸੇ ਵੀ ਚੀਜ਼ ਦੀਆਂ ਬਣੀਆਂ ਨੇ, ਕਿਸੇ ਚੀਜ਼ ਨੂੰ ਯਾਦ ਕਰਕੇ ਵੇਖ ਲਓ, ਉਹਦਾ ਸੁਭਾਅ ਬੰਦੇ ਦੇ ਮਨ ਵਿੱਚ ਆਉਣਾ ਸ਼ੁਰੂ ਹੋ ਜਾਏਗਾ। ਚਿਤਵਤ ਰਹਿਓ ਠਗੌਰ, ਵਾਰ-ਵਾਰ ਜਿਹਨੇ ਮਕਾਨ ਨੂੰ ਚੇਤੇ ਕੀਤਾ ਹੈ, ਮਕਾਨ ਤੇ ਉਹਦੇ ਮਨ ਵਿੱਚ ਨਹੀਂ ਬਣਨਾ, ਪਰ ਮਕਾਨ ਦਾ ਸੁਭਾਅ ਉਸ ਬੰਦੇ ਦੇ ਅੰਦਰ ਆਉਣਾ ਸ਼ੁਰੂ ਹੋ ਜਾਏਗਾ। ਉਹ ਸੁਭਾਅ ਕਿਹੜਾ ਹੈ? ਉਹਦੇ ਮਨ ਦਾ ਵਜ਼ਨ ਵਧੇਗਾ, ਉਹਦੇ ਮਨ ਦਾ ਭਾਰ ਵੱਧ ਜਾਏਗਾ। ਉਹਦਾ ਮਨ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਮਨ ਤੇ ਪੱਥਰ ਵਰਗਾ ਹੈ। ਕਿੱਥੋਂ ਹੋ ਗਿਆ ਪੱਥਰ? ਕਿਉਂ ਪੱਥਰ ਹੋਇਆ? ਕਿਉਂਕਿ ਉਹ ਪੱਥਰ ਨੂੰ ਚੇਤੇ ਕਰਦਾ ਰਿਹਾ, ਪੱਥਰ ਦਾ ਧਿਆਨ ਕਰਦਾ ਰਿਹਾ, ਮਕਾਨ ਦਾ ਧਿਆਨ ਕਰਦਾ ਰਿਹਾ। ਤੇ ਬਾਬਾ ਫਰੀਦ ਸਾਹਿਬ ਨੇ ਇਸੇ ਨੂੰ ਕਿਹਾ ਕਿ ਮਿੱਟੀ ਪਈ ਅਤੋਲ ਵੀ, ਫਰੀਦਾ ਕੋਠੇ ਮੰਡਪ ਮਾੜੀਆਂ, ਏਤ ਨਾ ਲਾਏ ਚਿੱਤ। ਬਾਬਾ ਫਰੀਦ ਜੀ ਦੇ ਸ਼ਲੋਕਾਂ ਵਿੱਚ ਸ਼ਲੋਕ ਆਉਂਦਾ ਹੈ ਕਿ ਕੋਠਿਆਂ ਵਿੱਚ, ਮੰਡਪਾਂ ਵਿੱਚ, ਮਾੜੀਆਂ ਵਿੱਚ, ਘਰਾਂ ਵਿੱਚ, ਮਕਾਨਾਂ ਵਿੱਚ ਚਿੱਤ ਨਾ ਲਾ। ਇਹ ਸਾਫ਼ ਕਿਹਾ। ਅਸੀਂ ਕਹਿੰਦੇ ਹਾਂ ਦੱਸੋ ਗੁਰੂ ਗ੍ਰੰਥ ਸਾਹਿਬ ਕਹਿੰਦੇ ਕੀ ਨੇ? ਕੀ ਕਮਾਈਏ ਜੀਵਨ ਦੇ ਵਿੱਚ? ਗੁਰੂ ਗ੍ਰੰਥ ਸਾਹਿਬ ਬਹੁਤ ਕੁਝ ਕਹਿੰਦੇ ਨੇ। ਅਸੀਂ ਕਹਿੰਦੇ ਹਾਂ ਸਮਝ ਕੋਈ ਨਹੀਂ ਆਉਂਦੀ, ਸਮਝ ਸਾਰੀ ਆਉਂਦੀ। ਬੰਦਾ ਕਰਨਾ ਨਹੀਂ ਚਾਹੁੰਦਾ। ਜਿਹੜੇ ਕੰਮ ਨੂੰ ਅਸੀਂ ਕਰਨਾ ਨਹੀਂ ਚਾਹੁੰਦੇ, ਉਹਦਾ ਇੱਕੋ ਹੀ ਤਰੀਕਾ ਸਭ ਤੋਂ ਸੌਖਾ, ਵੀ ਇਹ ਸਾਡੀ ਸਮਝ ਵਿੱਚ ਨਹੀਂ ਆਉਂਦਾ। ਸੱਚ ਜਾਣੋ, ਧਰਮ ਦੀ ਵਿਆਖਿਆ ਕੋਈ ਔਖੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਔਖਾ ਨਹੀਂ। ਆਮ ਤੁਸੀਂ ਰਵਾਇਤ ਸੁਣੋਗੇ, ਜੇ ਤੇ ਗਿਆਨੀਆਂ ਧਿਆਨੀਆਂ ਦਾ ਕੰਮ ਹੈ, ਸਾਨੂੰ ਕੀ ਪਤਾ, ਪਾਠ ਉਹ ਕਰਦੇ ਨੇ, ਸਾਨੂੰ ਯਾਦ ਨਹੀਂ ਰਹਿੰਦਾ, ਸਾਨੂੰ ਯਾਦ ਨਹੀਂ ਰਹਿੰਦਾ। ਉਸੇ ਬੰਦੇ ਨੂੰ ਪੁੱਛੋ, ਉਹਦੇ ਘਰ ਦੇ ਵਿੱਚ ਪਾਉਣ ਵਾਲੇ 30-40 ਕੱਪੜੇ ਨੇ, ਸੂਟ ਨੇ, ਇੱਕ ਇੱਕ ਗਿਣ ਕੇ ਦੱਸ ਦੇਗਾ ਕਿੱਥੋਂ ਲਿਆ ਹੈ, ਕੀ ਰੇਟ ਸੀ, ਸਵਾਇਆ ਕਿੱਥੋਂ ਹੈ, ਕਿਹੜੀ ਦੁਕਾਨ ਤੋਂ ਲਿਆ ਸੀ, ਉੱਥੋਂ ਯਾਦਾਸ਼ਤ ਕਿੱਥੋਂ ਆ ਗਈ। ਐਸਾ ਨਹੀਂ। ਇਹ ਇੱਕ ਮੁਹਾਵਰਾ ਸੰਸਾਰ ਨੇ ਬਣਾਇਆ ਹੈ ਕਿ ਜੇ ਵੇਦ ਪੜ੍ਹਨੇ ਨੇ ਤੇ ਪੰਡਤ ਪੜ੍ਹੇ, ਸਾਡੇ ਤੇ ਵੱਸ ਦੀ ਗੱਲ ਨਹੀਂ ਹੈ। ਜੇ ਕੁਰਾਨ ਪੜ੍ਹਨਾ ਤੇ ਮੁੱਲਾ ਪੜ੍ਹੇ, ਤੇ ਗੁਰੂ ਗ੍ਰੰਥ ਸਾਹਿਬ ਪੜ੍ਹਨਾ ਤੇ ਗ੍ਰੰਥੀ ਪੜ੍ਹੇ। ਸਾਨੂੰ ਕੀ ਲੋੜ ਹੈ? ਅਸੀਂ ਤੇ ਮਾਇਆ ਦੇਣੀ। ਨਾਲੇ ਕਹਿੰਦੇ ਵੀ ਇਹ ਬੜੀ ਔਖੀ ਗੱਲ ਹੈ, ਸਾਡੇ ਸਮਝ ਵਿੱਚ ਨਹੀਂ ਆਉਂਦੀ। ਤੇ ਇਹ ਬੰਦੇ ਦੇ ਮਨ ਦੀ ਇੱਕ ਫਿਤਰਤ ਹੈ ਤੇ ਸ਼ੈਤਾਨੀ ਹੈ। ਜਿਹੜੀ ਚੀਜ਼ ਤੋਂ ਬੰਦਾ ਬਚਣਾ ਚਾਹੁੰਦਾ ਹੈ, ਉਹਦੇ ਬਾਰੇ ਕਹਿ ਦਿੰਦਾ ਹੈ ਕਿ ਮੇਰੀ ਸਮਝ ਵਿੱਚ ਨਹੀਂ ਆਉਂਦੀ। ਤੁਸੀਂ ਕਈ ਵਾਰੀ ਵੇਖਿਆ ਹੋਵੇਗਾ ਵੀ ਕੰਨ ਦੇ ਸੁਣਨ ਦੀ ਸ਼ਕਤੀ ਬੜੇ ਲੋਕਾਂ ਦੀ ਘਟ ਜਾਂਦੀ ਹੈ, ਸਰੋਤ ਸ਼ਕਤੀ ਘਟ ਜਾਂਦੀ ਹੈ। ਪਰ ਮੈਂ ਆਪਣੇ ਤਜਰਬੇ ਨਾਲ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਨਾ, ਇਸ ਤਰ੍ਹਾਂ ਦੇ ਬੋਲੇ ਮੈਂ ਬਹੁਤ ਵੇਖੇ ਨੇ। ਜੇ ਤੇ ਗੱਲ ਉਹਨਾਂ ਦੇ ਕੰਮ ਦੀ ਹੋਵੇ, ਉਸੇ ਵੇਲੇ ਘੱਟ ਆਵਾਜ਼ ਵਿੱਚ ਵੀ ਸਮਝ ਜਾਣਗੇ, ਤੇ ਜਿਹੜੀ ਗੱਲ ਉਹਨਾਂ ਨੂੰ ਨਾ ਚੰਗੀ ਲੱਗਦੀ ਹੋਵੇ, ਫੱਬਦੀ ਨਾ ਹੋਵੇ, ਉਹ ਮੂੰਹ ਪਰਾਂ ਨੂੰ ਕਰਦੇ, ਕਹਿੰਦੇ ਸਮਝ ਨਹੀਂ ਆ ਰਹੀ ਕੀ ਕਹਿ ਰਹੇ। ਇਹ ਤੇ ਉਹਨਾਂ ਬੋਲਿਆਂ ਦੀ ਹਾਲਤ ਹੈ। ਇਹ ਤੇ ਉਹਨਾਂ ਦੇ ਜੀਵਨ ਵਿੱਚ ਕੁਝ ਨੁਕਸ ਵੀ ਆਇਆ, ਪਰ ਇਹ ਸੰਸਾਰੀ ਦੇ ਬਹੁਤਾਤ ਵਿੱਚ ਹਿੱਸਾ ਹੈ। ਜਿਹੜਾ ਇਸ ਕਲਾ ਦੀ ਵਰਤੋਂ ਕਰ ਲੈਂਦਾ ਹੈ, ਉਹ ਜਿਹੜੀ ਚੀਜ਼ ਦੀ ਤਾਂ ਉਹਦੇ ਮਨ ਵਿੱਚ, ਮਨ ਨਾਲ ਸੰਬੰਧਿਤ ਗਿਆਨ ਹੈ, ਉਹਨੂੰ ਤੇ ਕਹੇਗਾ ਇਹਦੀ ਮੈਨੂੰ ਸਮਝ ਆ ਗਈ ਹੈ। ਤੇ ਜਿਹੜਾ ਮਨ ਦੀ ਆਦਤ ਦੇ ਵਿਰੁੱਧ ਜਾਂਦਾ, ਕਹਿੰਦੇ ਤੇ ਭਾਸ਼ਾ ਹੀ ਬੜੀ ਔਖੀ, ਚਲੋ ਹੋਰ ਕੋਈ ਸਿੱਖ ਸੁਣ ਲੈਗਾ, ਮੈਂ ਇਹਦਾ ਕੀ ਕਰਨਾ ਹੈ। ਸਮਝ ਸਾਰੀ ਆਉਂਦੀ। ਸਮਝ ਉਸ ਚੀਜ਼ ਦੀ ਆਵੇਗੀ ਜਿਹਨੂੰ ਆਦਮੀ ਕਰਨਾ ਚਾਹੁੰਦਾ ਹੈ, ਉਹਦੀ ਸਮਝ ਆ ਜਾਏਗੀ। ਇਸ ਕਰਕੇ ਵਿਰਲੇ ਵਿਰਲੇ ਸ਼ਬਦ ਸਾਰਿਆਂ ਨੂੰ ਕੰਠ ਨੇ, ਜਿਹੜੇ ਸਾਡੇ ਮਨ ਦੀਆਂ ਆਦਤਾਂ ਨੂੰ ਪੱਠੇ ਪਾਉਂਦੇ ਹੋਣ, ਸਾਡੇ ਮਨ ਦੀ ਆਵਾਜ਼ ਨੂੰ ਹਵਾ ਦਿੰਦੇ ਹੋਣ। ਉਹ ਸ਼ਬਦ ਸਾਰਿਆਂ ਨੂੰ ਯਾਦ ਹੋ ਜਾਣਗੇ। ਸਾਰੇ ਜਦੋਂ ਗੱਲ ਕਰਨਗੇ, ਤੁਕਾਂ ਪੜ੍ਹਨਗੇ ਵਿੱਚ, ਜੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਆਉਣਗੇ, ਲੱਖ ਖੁਸ਼ੀਆਂ ਪਾਤਸ਼ਾਹੀ ਹਰ ਇੱਕ ਬੰਦੇ ਦੀ ਰਸਨਾ ਤੇ ਹੈ, ਕਿਉਂਕਿ ਉਹ ਚਾਹੁੰਦਾ ਹੈ ਲੱਖਾਂ ਖੁਸ਼ੀਆਂ, ਲੱਖਾਂ ਮਾਇਆ ਦੇ ਢੇਰ ਆਉਣ। ਪਰ ਇਸ ਸ਼ਬਦ ਦੇ ਵੀ ਅਰਥ ਉਹਨੂੰ ਕੋਈ ਨਹੀਂ ਆਉਂਦੇ। ਦੇ ਵਿੱਚ ਅੱਗੇ ਕੀ ਲਿਖਿਆ ਹੋਇਆ, ਅਗਲੇ ਨਹੀਂ ਹਨ। ਇਸੇ ਕਰਕੇ ਇਸ ਧਰਤੀ ਦੇ ਉੱਤੇ ਠੀਕ ਹੈ, ਬੰਦੇ ਨੂੰ ਹਰ ਇੱਕ ਚੀਜ਼ ਦੀ ਸਮੇਂ ਅਨੁਸਾਰ ਸੰਸਾਰ ਵਿੱਚ ਰਹਿਣ ਵਾਲੇ ਨੂੰ ਜ਼ਰੂਰਤ ਹੈ। ਪਰ ਬੰਦਾ ਧਰਮ ਨਾਲ, ਗੁਰੂ ਨਾਲ
ਬਾਣੀ ਨਾਲ ਇਹ ਅਨਿਆਂ ਕਰਦਾ ਹੈ ਕਿ ਉਹ ਆਪਣੇ ਲੋੜ ਦੇ ਉਪਦੇਸ਼ਾਂ ਨੂੰ ਕਹਿ ਦਿੰਦਾ ਹੈ, ਇਹ ਮੇਰੀ ਸਮਝ ਵਿੱਚ ਆ ਗਏ ਨੇ। ਜਿਸ ਥਾਂ ਤੇ ਉਹਦੇ ਹੰਕਾਰ ਨੂੰ ਸੱਟ ਵੱਜਦੀ ਹੋਵੇ, ਉਹਦੇ ਲੋਭ ਤੇ ਚੋਟ ਪੈਂਦੀ ਹੋਵੇ, ਕਹੇਗਾ ਜੀ ਇਹ ਤੇ ਰੁੱਖੇ ਜਿਹੇ ਸ਼ਬਦ ਨੇ, ਇਹ ਨਹੀਂ ਸੁਣਨ ਵਾਲੇ, ਉਹਨਾਂ ਨੂੰ ਇਨਕਾਰ ਕਰ ਦੇਗਾ। ਤੇ ਸ਼ਬਦ ਕਹਿ ਕੇ ਪ੍ਰਚਲਿਤ ਕਰਵਾਏ ਜਾਂਦੇ ਨੇ। ਸੰਸਾਰੀਆਂ ਨੇ ਆਪਣੇ ਸ਼ਬਦ ਪ੍ਰਚਲਿਤ ਕਰਾਏ ਨੇ, ਔਰ ਗਾਉਣ ਵਾਲੇ ਗਾਉਂਦੇ ਨੇ ਉਹਨਾਂ ਨੂੰ, ਕਿਉਂਕਿ ਉਹਨਾਂ ਵਿੱਚ ਬੰਦੇ ਦੇ ਬਣਾਏ ਹੋਏ ਝੂਠੇ ਗਿਆਨ ਨੂੰ ਕਈ ਵਾਰੀ ਉੱਚਾ ਕੀਤਾ ਜਾਂਦਾ, ਜਦ ਕਿ ਉਹ ਵੀ ਅਰਥ ਠੀਕ ਨਹੀਂ, ਅਸੀਂ ਗਲਤ ਸਮਝ ਲੈਨੇ। ਆ ਇੱਕੋ ਹੀ ਸ਼ਬਦ ਹੈ। ਭਾਈ ਗੁਰਦਾਸ ਜੀ ਦੀ ਪੌੜੀ ਹੈ, ਦੀਵਾਲੀ ਦੀ ਰਾਤ ਦੀਵੇ ਬਾਲੀਆਂ, ਤਾਰੇ ਜਾਤ ਸਨਾਤ ਅੰਬਰ ਭਾਲੀਆਂ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਆਂ। ਇਹ ਜਿਹੜਾ ਸ਼ਬਦ ਹੈ, ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ। ਦੋ ਤਰ੍ਹਾਂ ਦਾ ਜੀਵਨ ਲਿਖਿਆ ਇਹਦੇ ਵਿੱਚ। ਇੱਕ ਉਹ ਜੀਵਨ, ਇੱਕ ਉਹ ਦੀਵਾ ਪਰਮਾਤਮਾ ਦੀ ਯਾਦ ਦਾ ਕਿ ਜਿਹਦਾ ਕਦੀ ਤੇਲ ਖਤਮ ਨਹੀਂ ਹੁੰਦਾ ਤੇ ਨਾ ਉਹਦੀ ਲੋ ਘਟਦੀ ਏ, ਤੇ ਇੱਕ ਪਾਸੇ ਮਾਇਆ ਦਾ ਦੀਵਾ ਜਿਹੜਾ ਸਵੇਰ ਨੂੰ ਬੁੱਝ ਜਾਂਦਾ ਹੈ। ਉਹਦੀ ਵਿਆਖਿਆ ਦੇ ਵਿੱਚ ਮੌਤ ਦੀ ਤੇ ਸੰਸਾਰ ਦੇ ਵਿੱਚ ਪ੍ਰਾਪਤ ਕੀਤੇ ਹੋਏ ਧਰਮ ਦੀ ਖੁਸ਼ੀ ਦੀ ਵਿਆਖਿਆ ਕੀਤੀ ਗਈ। ਪਰ ਜਦੋਂ ਦੀਵਾਲੀ ਆਉਂਦੀ ਹੈ, ਤੁਸੀਂ ਵੇਖੋਗੇ ਸਾਰੇ ਲੋਕ ਕਿਵੇਂ ਇਹਦੇ ਨਾਲ ਝੂਮਦੇ ਨੇ। ਦੀਵਾਲੀ ਦੀ ਇਹਦੇ ਵਿੱਚ ਉਦਾਹਰਨ ਦਿੱਤੀ ਗਈ। ਇਹਦੇ ਵਿੱਚ ਦੀਵਾਲੀ ਦੇ ਤਿਉਹਾਰ ਦੀ ਕੋਈ ਗੱਲ ਹੀ ਨਹੀਂ ਹੈ, ਸਿਰਫ ਉਦਾਹਰਨ ਲਈ ਗਈ ਇਹਦੇ ਵਿੱਚ। ਇਸ ਕਰਕੇ ਮਨ ਕੀ ਹੈ? ਬਾਬਾ ਫਰੀਦ ਸਾਹਿਬ ਕਹਿੰਦੇ ਨੇ, ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ, ਹੇ ਮਨੁੱਖ ਇਹਨਾਂ ਕੋਠਿਆਂ ਵਿੱਚ, ਮੰਡਪਾਂ ਵਿੱਚ, ਮਾੜੀਆਂ ਵਿੱਚ ਆਪਣਾ ਚਿੱਤ ਨਾ ਲਾਈ, ਕਿਉਂਕਿ ਮਿੱਟੀ ਪਈ ਅਤੋਲਵੀ। ਇਹ ਇੰਨੀ ਕੁ ਮਿੱਟੀ ਜਿਹਨੂੰ ਤੋਲਿਆ ਨਹੀਂ ਜਾ ਸਕਦਾ, ਟਣਾ ਮੋਈ ਹੈ, ਪਤਾ ਨਹੀਂ ਕਿੰਨਾ ਕੁ ਭਾਰ ਹੈ ਇਹਦਾ। ਮਿੱਟੀ ਪਈ ਅਤੋਲਵੀ। ਤੇ ਅੱਗੇ ਉਹਨਾਂ ਨੇ ਫਿਰ ਦੱਸਿਆ ਨਹੀਂ ਕਿ ਇਹਨਾਂ ਨਾਲ ਚਿੱਤ ਜੋੜਨ ਦਾ ਨਤੀਜਾ ਕੀ ਨਿਕਲੇਗਾ। ਕੋਈ ਨਾ ਹੋਸੀ ਮਿੱਤ, ਜੇ ਤੂੰ ਇਹਨਾਂ ਨਾਲ ਚਿੱਤ ਜੋੜਿਆ ਫਿਰ ਤੇਰਾ ਮਿੱਤਰ ਕਿਸੇ ਨਹੀਂ ਬਣਨਾ। ਇਹਨੂੰ ਖੋਲਿਆ ਭਗਤ ਤਿਰਲੋਚਨ ਜੀ ਨੇ। ਮਿੱਤਰ ਕਿਸ ਨੇ ਨਹੀਂ ਬਣਨਾ। ਉੱਥੇ ਕਹਿੰਦੇ ਨੇ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਪ੍ਰੇਤ ਜੋਨ ਵਲ ਵਲ ਅਵਤਰੈ। ਬਾਬਾ ਫਰੀਦ ਸਾਹਿਬ ਨੇ ਉਸ ਨੂੰ ਉਸ ਢੰਗ ਨਾਲ ਕਹਿ ਦਿੱਤਾ ਕਿ ਜਿਵੇਂ ਦੀ ਚੀਜ਼ ਵਿੱਚ ਮਨ ਆਪਣਾ ਸਰੂਪ ਜੋੜਦਾ ਹੈ, ਉਹਦਾ ਸੁਭਾਅ ਉਹਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਹੈ। ਜਾਂ ਇਹ ਬਚਨ ਜੈਸਾ ਸੇਵੈ ਤੈਸਾ ਹੋਵੇ। ਇਸ ਕਰਕੇ ਜਿਵੇਂ ਦੀ ਚੀਜ਼ ਨਾਲ ਮਨ ਸੰਬੰਧਿਤ ਹੁੰਦਾ ਹੈ, ਅੱਖ ਦੇ ਰਾਹੀਂ ਜਿਵੇਂ ਦੀ ਚੀਜ਼ ਨੂੰ ਦੇਖਦਾ ਹੈ, ਉਹਦੀਆਂ ਤਸਵੀਰਾਂ ਖਿੱਚ ਖਿੱਚ ਕੇ ਅੰਦਰ ਸਿੱਟੀ ਜਾਂਦਾ ਹੈ, ਤੇ ਇੱਕ ਦਿਨ ਉਹਦੇ ਮਨ ਦੇ ਵਿੱਚ ਉਹਦਾ ਸਰੂਪ ਤਿਆਰ ਹੋ ਜਾਂਦਾ ਹੈ, ਉਹਦੀ ਦੁਨੀਆ ਅੰਦਰ ਹੀ ਬਣ ਜਾਂਦੀ ਹੈ। ਇਸੇ ਤਰ੍ਹਾਂ ਜੇ ਤੇ ਉਹਨੂੰ ਮਨਮੁਖਤਾ ਦੀ ਸੰਗਤ ਮਿਲੀ ਤੇ ਉਹ ਸੰਸਾਰ ਦੀਆਂ ਤਸਵੀਰਾਂ ਖਿੱਚ ਖਿੱਚ ਕੇ ਅੰਦਰ ਵਗਾਏਗਾ, ਉਹਦਾ ਮਨ ਸੰਸਾਰ ਦੇ ਵੱਲ ਜ਼ਿਆਦਾ ਭਾਰੂ ਹੋ ਜਾਏਗਾ, ਉਹਦੇ ਵਿੱਚ ਫਸਿਆ ਰਹੇਗਾ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ। ਤੇ ਦੂਸਰੇ ਪਾਸੇ ਜੇ ਕਿਸੇ ਮਨੁੱਖ ਨੂੰ ਗੁਰਮੁਖਾਂ ਦੀ ਸੰਗਤ, ਗੁਰੂ ਦੀ ਸੰਗਤ ਨਸੀਬ ਹੋ ਜਾਏ, ਤੇ ਜਿਹੜਾ ਮਨ ਅੱਖ ਦੇ ਰਾਹੀਂ ਸੰਸਾਰ ਦੀਆਂ ਤਸਵੀਰਾਂ ਅੰਦਰ ਸਿੱਟਦਾ ਸੀ, ਉਹ ਹੀ ਮਨ ਅੱਖ ਦੇ ਰਾਹੀਂ ਨਿਰੰਕਾਰ ਦੇ ਘਰ ਦੇ ਨਾਮ ਦੀਆਂ ਤਸਵੀਰਾਂ ਅੰਦਰ ਸਿੱਟਣੀਆਂ ਸ਼ੁਰੂ ਕਰ ਦੇਗਾ। ਮਨ ਨੇ ਤੇ ਕੰਮ ਹੀ ਕਰਨਾ, ਉਹ ਤੇ ਜਿਹੜੇ ਪਾਸੇ ਜੋੜਾਂਗੇ ਉਧਰ ਨੂੰ ਵੱਧ ਜਾਏਗਾ। ਜੇ ਇਸ ਮਨ ਦੀਆਂ ਰਾਹੀਂ, ਅੱਖਾਂ ਦੇ ਰਾਹੀਂ ਗੁਰਬਾਣੀ ਦੇ ਦਰਸ਼ਨ ਕਰੇਗਾ ਗੁਰਸਿੱਖ, ਤੇ ਗੁਰਬਾਣੀ ਦੀਆਂ ਪੰਕਤੀਆਂ ਉਹਦੇ ਅੰਦਰ ਜਾਣਗੀਆਂ। ਗੁਰੂ ਇਤਿਹਾਸ ਦੇ ਦਰਸ਼ਨ ਕਰੇਗਾ, ਜਿਨ੍ਹਾਂ ਨੇ ਧਰਮ ਕਮਾਇਆ ਹੈ ਉਹਨਾਂ ਦੀਆਂ ਜੀਵਨੀਆਂ ਪੜ੍ਹੇਗਾ, ਉਹਨਾਂ ਦੇ ਜੀਵਨ ਘੋਖੇਗਾ, ਸੁਣੇਗਾ, ਵਿਚਾਰੇਗਾ, ਤੇ ਉਹਨਾਂ ਦੀਆਂ ਤਸਵੀਰਾਂ ਉਹਦੇ ਅੰਦਰ ਜਾਣੀਆਂ ਸ਼ੁਰੂ ਹੋ ਜਾਣਗੀਆਂ। ਫਿਰ ਉਹਦਾ ਸਰੂਪ ਤਬਦੀਲ ਹੋ ਜਾਏਗਾ। ਹੁਣ ਜਿਹੜਾ ਮਨ ਬਾਹਰ ਸੰਸਾਰ ਵੱਲ ਦਿਨ ਰਾਤ ਭੱਜਦਾ ਸੀ, ਉਹ ਲੋੜ ਮਾਤਰ ਬਾਹਰ ਜਾਏਗਾ, ਪਰ ਜਿਹੜੀ ਜ਼ਿਆਦਾ ਸਮਾਂ ਹੈ ਉਹ ਆਪਣੀ ਆਤਮਾ ਨਾਲ ਸੰਬੰਧਿਤ ਹੋ ਜਾਏਗਾ, ਅੰਦਰਲੇ ਪਾਸੇ ਆਪਣੇ ਘਰ ਵੱਲ ਰਹਿਣਾ ਸ਼ੁਰੂ ਕਰ ਦੇਗਾ। ਇਸੇ ਤਰ੍ਹਾਂ ਸੁਣਨ ਦੀ ਘਟਨਾ, ਮੈਂ ਮਨ ਦੀ ਸਿਰਫ ਗੱਲ ਕਰ ਰਿਹਾ, ਮਨ ਕੀ ਹੈ ਸਾਨੂੰ ਇਹ ਪਤਾ ਲੱਗੇ। ਸਭ ਤੋਂ ਪਹਿਲਾਂ ਉਸ ਮਨ ਦੀ ਤਸਵੀਰ ਲੱਭੀਏ, ਜਿਸ ਮਨ ਨੂੰ ਵਾਰ-ਵਾਰ ਗੁਰਬਾਣੀ ਵਿੱਚ ਸੈਂਕੜਿਆਂ ਵਾਰ ਨਹੀਂ ਹਜ਼ਾਰਾਂ ਵਾਰੀ ਲਿਖਿਆ ਹੋਇਆ ਹੈ। ਮਨ
ਫਿਰ ਕੰਨਾਂ ਨਾਲ ਸੰਬੰਧਿਤ ਹੁੰਦਾ ਹੈ ਤੇ ਬਾਹਰੋਂ ਆਵਾਜ਼ਾਂ ਅੰਦਰ ਨੂੰ ਖਿੱਚਦਾ ਹੈ। ਉੱਥੇ ਜਿਵੇਂ ਦੀਆਂ ਆਵਾਜ਼ਾਂ ਇਸ ਮਨ ਵਿੱਚ ਜਾਣਗੀਆਂ, ਮਨ ਉਸ ਤਰ੍ਹਾਂ ਦਾ ਸਰੂਪ ਬਣ ਜਾਏਗਾ। ਜਿਵੇਂ ਦੇ ਲੋਕਾਂ ਕੋਲ ਬੈਠੇਗਾ ਉਵੇਂ ਦਾ ਇਹਦਾ ਸਰੂਪ ਅੰਦਰਲਾ ਬਣਦਾ ਜਾਏਗਾ। ਔਰ ਇਸ ਮਨ ਦਾ ਸਰੂਪ ਹੈ, ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤਤ ਕੋ ਜੀਓ, ਇਹ मन ਲੈ ਜੋ ਉਨਮਨ ਰਹਿ ਤੋ तीन लोक की बातें कहे। ਜਿਨ੍ਹਾਂ ਦਾ ਮਨ ਉਨਮਨ ਹੋ ਗਿਆ, ਕਿਉਂਕਿ ਇਹ ਦੋ ਹਿੱਸੇ ਨੇ ਮਨ ਦੇ, ਇੱਕ ਉਨਮਨ, ਇੱਕ ਸੰਸਾਰਕ ਪਾਸੇ ਵੱਲ ਝੁਕਿਆ ਹੋਇਆ। ਜਿਨ੍ਹਾਂ ਦਾ ਮਨ ਉਨਮਨ ਹੋ ਗਿਆ, ਤਿੰਨਾਂ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਹੱਥਾਂ ਵਿੱਚ ਆ ਗਈਆਂ। ਇਸ ਕਰਕੇ ਮਨ ਦਾ ਸਰੂਪ ਹੈ, ਇਹ ਪਾਣੀ ਵਰਗਾ ਹੈ। ਜਿਵੇਂ ਦਾ ਰੰਗ ਪਾਵਾਂਗੇ, ਲਾਲ ਪਾਵਾਂਗੇ ਤੇ ਲਾਲ ਸਰੂਪ ਧਾਰਨ ਕਰ ਜਾਏਗਾ, ਹਰਾ ਪਾਵਾਂਗੇ ਤੇ ਹਰਾ ਹੋ ਜਾਏਗਾ, ਪੀਲਾ ਪਾਵਾਂਗੇ ਤੇ ਪੀਲਾ ਹੋ ਜਾਏਗਾ। ਮਨ ਜਿਹੜੀ ਥਾਂ ਤੇ ਇਹਦੀ ਸੰਗਤ ਹੋਵੇਗੀ ਉਹਦਾ ਹੀ ਸਰੂਪ ਧਾਰਨ ਕਰ ਜਾਏਗਾ। ਹੁਣ ਇਹ ਗੱਲ ਸਪਸ਼ਟ ਹੋ ਗਈ, ਉਹ ਮਨ ਕਿਵੇਂ ਦਾ ਹੈ ਜਿਹੜਾ ਮਾਇਆ ਦੇ ਵਿੱਚ ਫਸਿਆ ਹੋਇਆ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਕਿ ਮਨ ਮਾਇਆ ਮੈਂ ਰਮ ਰਿਓ। ਹੁਣ ਆਪਾਂ ਦੂਸਰੇ ਸ਼ਬਦ ਵਿੱਚ 5-7 ਮਿੰਟ ਵਾਸਤੇ ਰੁਕਾਂਗੇ। ਮਾਇਆ ਕੀ ਹੈ? ਮਨ ਬਾਰੇ ਤੇ ਆਪਾਂ ਜਾਣਿਆ ਕੁਝ, ਹੁਣ ਮਾਇਆ ਕੀ ਹੈ? ਮਾਇਆ ਦਾ ਸੁਭਾਅ ਹੈ, ਮਾਇਆ ਇੱਕ ਸ਼ਕਤੀ ਹੈ। ਵੈਸੇ ਕਈ ਸਰੂਪ ਲਿਖੇ ਨੇ ਗੁਰਬਾਣੀ ਵਿੱਚ। ਆਮ ਤੌਰ ਤੇ ਮਾਇਆ ਕਿਹਾ ਜਾਂਦਾ ਪੈਸੇ ਨੂੰ, ਨੋਟਾਂ ਨੂੰ ਅਸੀਂ ਮਾਇਆ ਕਹਿੰਦੇ ਹਾਂ। ਪਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਮਾਇਆ ਦੀ ਇੱਕ ਸੰਪੂਰਨ ਵਿਆਖਿਆ ਕਰ ਦਿੱਤੀ ਔਰ ਉਹ ਬੜੀ ਕਾਰਗਰ ਹੈ। ਮਾਇਆ ਦਾ ਸਰੂਪ ਸਮਝਣ ਵਾਸਤੇ ਬਹੁਤ ਸੋਹਣੇ ਢੰਗ ਨਾਲ ਕਿਹਾ ਗਿਆ ਹੈ। ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਕੋਈ ਪੁੱਛਦਾ ਹੈ ਮਾਇਆ ਦਾ ਸਹੀ ਸਰੂਪ ਦੱਸੋ, ਤੇ ਸਤਿਗੁਰੂ 2 ਲਫ਼ਜ਼ਾਂ ਦੇ ਵਿੱਚ ਜਵਾਬ ਦੇ ਦਿੰਦੇ ਨੇ। ਕਹਿਣ ਲੱਗੇ ਜਿਹੜੀ ਚੀਜ਼ ਨੂੰ ਵਰਤਣ ਲੱਗਿਆਂ ਤੈਨੂੰ ਰੱਬ ਦੀ ਯਾਦ ਭੁੱਲਦੀ ਏ, ਉਹ ਸਾਰੀ ਮਾਇਆ ਹੈ। ਜਿਹੜਾ ਕੰਮ ਕਰਨ ਲੱਗਿਆਂ ਤੈਨੂੰ ਰੱਬ ਦੀ ਯਾਦ ਭੁੱਲੇ, ਉਹ ਕੁਝ ਵੀ ਹੋਵੇ, ਇਹ ਨਾ ਵੇਖੀਏ ਕੀ ਹੈ, ਉਹ ਮਾਇਆ ਹੈ। ਤੇ ਆਨੰਦ ਸਾਹਿਬ ਵਿੱਚ ਬਚਨ ਕੀਤੇ ਨੇ, ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਇਹ ਮਾਇਆ ਦੀ ਵਿਆਖਿਆ ਸਭ ਤੋਂ ਵਿਸ਼ਾਲ ਹੈ। ਨਹੀਂ ਤੇ ਕਿਤੇ ਪੈਸੇ ਦੀ ਮਾਇਆ, ਕਿਤੇ ਕੱਪੜੇ ਦੀ, ਕਿਤੇ ਸੁੰਦਰਤਾ ਦੀ, ਕਿਤੇ ਜਵਾਨੀ ਦੀ, ਕਿਤੇ ਵਿਦਵਤਾ ਦੀ, ਕਿਤੇ ਹੋਰ ਪ੍ਰਾਪਰਟੀ ਦੀ ਮਾਇਆ, ਕਿੰਨੀ ਪ੍ਰਕਾਰ ਦੀ ਹੈ। ਇਹਦੇ ਵੇਸ਼ ਬੜੇ ਨੇ। ਪਰ ਮਾਇਆ ਦਾ ਅਸਲੀ ਰੂਪ ਦੱਸਿਆ ਉਹ ਹੈ ਕਿ ਜਿਸ ਚੀਜ਼ ਦੇ ਨਾਲ ਜੁੜਿਆਂ ਯਾਦ ਅੰਦਰੋਂ ਨਿਕਲਦੀ ਏ, ਉਸੇ ਨੂੰ ਮਾਇਆ ਕਿਹਾ। ਹੁਣ ਸਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿਹੜੀ ਚੀਜ਼ ਨਾਲ ਜੁੜਿਆ ਮਾਇਆ, ਕਿਹੜੀ ਚੀਜ਼ ਨਾਲ ਜੁੜਿਆ ਯਾਦ ਨਿਕਲਦੀ ਹੈ। ਮੈਂ ਵੀ ਬੇਨਤੀ ਕਰਦਿਆਂ, ਜੇ ਕੰਮ ਧਰਮ ਦਾ ਵੀ ਹੋਵੇ, ਭਾਵੇਂ ਚੋਟ ਲਾ ਸਕਦਾ ਮਨ ਨੂੰ, ਸ਼ਰਧਾ ਨੂੰ। ਇੱਕ ਤੇ ਸੰਸਾਰ ਦੇ ਕਰਮ ਨੇ, ਇੱਕ ਬੰਦਾ ਸ਼ਰਾਬ ਪੀਂਦਾ ਹੈ ਤੇ ਸ਼ਰਾਬ ਪੀਤਿਆਂ ਰੱਬ ਦੀ ਯਾਦ ਭੁੱਲਦੀ ਹੈ, ਮੱਤ ਦੂਜੇ ਪਾਸੇ ਚਲੀ ਜਾਂਦੀ ਹੈ। ਜਾਂ ਕੋਈ ਬੰਦਾ ਹੋਰ ਕਿਸੇ ਪਾਸੇ ਕ੍ਰੋਧ ਵਿੱਚ ਆਉਂਦਾ ਹੈ, ਲੋਭ ਵਿੱਚ ਆਉਂਦਾ ਹੈ, ਉਦੋਂ ਵੀ ਭੁੱਲਦੀ ਹੈ। ਤੇ ਜਦੋਂ ਇਹ ਸ਼ਬਦ ਕਹਿੰਦੇ ਜਿਤ ਹਰ ਵਿਸਰੈ, ਉਦੋਂ ਇਹ ਸਾਰੇ ਕੁਝ ਤੇ ਲਾਗੂ ਹੋ ਜਾਂਦਾ। ਸਾਧ ਸੰਗਤ, ਭਾਵੇਂ ਧਰਮ ਦਾ ਕਾਰਜ ਹੋਵੇ, ਇੱਕ ਬੰਦਾ ਪਾਠ ਕਰ ਰਿਹਾ, ਵੇਦ ਪੜ੍ਹ ਰਿਹਾ ਕਿ ਕੁਰਾਨ ਪੜ੍ਹ ਰਿਹਾ, ਕੁਝ ਵੀ ਕਰ ਰਿਹਾ, ਜੇ ਉਹਦੇ ਕਰਦਿਆਂ ਕਰਦਿਆਂ ਯਾਦ ਅੰਦਰੋਂ ਨਿਕਲਦੀ ਏ, ਸਾਧ ਸੰਗਤ ਉਹ ਧਰਮ ਵੀ ਮਾਇਆ ਹੈ, ਉਹ ਵੀ ਉਹਦਾ ਹੀ ਰੂਪ ਬਣ ਗਿਆ, ਉਸ ਤੋਂ ਵੱਖਰਾ ਨਹੀਂ ਹੈ। ਜਿਸ ਧਰਮ ਦੇ ਕਾਰਜ ਕਰਦਿਆਂ ਅੰਦਰ ਮੈਂ ਮਜ਼ਬੂਤ ਹੋਵੇ, ਰੱਬ ਦੀ ਯਾਦ ਨਿਕਲੇ, ਉਹ ਕਰਮ ਭਾਵੇਂ ਕਿੰਨਾ ਵੀ ਉੱਚਾ ਹੋਵੇ, ਉਸ ਨੂੰ ਆਪਾਂ ਧਰਮ ਨਹੀਂ ਕਹਿ ਸਕਦੇ, ਉਹ ਵੀ ਮਾਇਆ ਹੈ, ਉਹ ਵੀ ਮਾਇਆ ਦਾ ਰੂਪ ਹੈ। ਇਸ ਕਰਕੇ ਜਿਹੜੇ ਕਾਰਜ ਦੇ ਨਾਲ ਅੰਦਰੋਂ ਯਾਦ ਨਿਕਲੇ, ਯਾਦ ਟੁੱਟੇ, ਉਸ ਨੂੰ ਮਾਇਆ ਕਹੀਏ। ਤੇ ਜਿਸ ਕਾਰਜ ਦੇ ਕੀਤਿਆਂ ਯਾਦ ਬਣੀ ਰਹੇ, ਉਸ ਨੂੰ ਧਰਮ ਕਹੀਦਾ ਹੈ, ਉਹੀ ਧਰਮ ਹੈ। ਔਰ ਗੁਰੂ ਅਮਰਦਾਸ ਜੀ ਨੇ ਅੱਗੇ ਇੱਕ ਹੋਰ ਸ਼ਬਦ ਕਹਿ ਦਿੱਤਾ। ਫਿਰ ਜਿਹੜਾ ਪੁੱਛਣ ਵਾਲਾ ਉਹ ਕਹਿੰਦਾ, ਮਹਾਰਾਜ ਕਿ ਇਹ ਮਾਇਆ ਜਿਹਨੂੰ ਤੁਸੀਂ ਕਹਿੰਦੇ ਹੋ, ਜਿਹਦੇ ਨਾਲ ਪਰਮਾਤਮਾ ਭੁੱਲੇ, ਉਹ ਮਾਇਆ ਹੈ, ਤੇ ਇਸ ਮਾਇਆ ਤੋਂ ਬੰਦਾ ਬਚ ਕਿਵੇਂ ਸਕਦਾ ਹੈ? ਕਿਉਂਕਿ ਤਰੀਕਾ ਕੋਈ ਨਹੀਂ ਹੈ।
ये देह माया है सारी, शरीर जिहड़ा है। जिस देह की शुरू ही वासना तो हुई है, इसकी शुरुआत आरंभता ਉਹਦੇ ਵਿੱਚੋਂ इस वासना ਨੂੰ, इस माया ਨੂੰ बाहर किवें कढ़िया जाएगा? ਕਿਹੜਾ तरीका है? बहुत औखा है। ਇਹ ਤੇ पानी ਵਿੱਚੋਂ पानी ਕੱਢਣ वाली गल, ਉਹ किवें निकलेगा ਵਿੱਚੋਂ? नहीं निकल सकता। फिर गुरु अमरदास पातशाह ने अगे ਉਹਦੇ जवाब ਵਿੱਚ ਕਿਹਾ, जिन्हें कहा भी माया ਦੇ ਵਿੱਚ ਤੇ आदमी है ही, भुलेगा ही, जरूरी भुलेगा। तो उत्थे सच्चे पातशाह ने फिर एक तीजी चीज़ विच लै आंदी, जिहदी आपां गल कर रहे सी भी एक माया, एक मन ते एक धर्म है। जे इस माया और मन दे विचाले धर्म आ गया, गुरप्रसाद आ गया, तो गुरप्रसाद मन नूं उन्ना कु माया विच जाण देगा जिन्नी जरूरत है, उहदे तो वध नहीं जाण देगा। इस करके गुरु अमरदास जी कहंदे ने, गुरप्रसादी जिन्ना लिव लागी, तिन्ने विचे माया पाया। हुण ये वेखो, बिल्कुल साफ कर दिता है, पर इहदे विच शर्तां दो ने। कहना सौखा है भी वेखो गुरु साहब कहंदे ने विचे माया पाया, मैं इहदी व्याख्या 2 घंटे कर दियांगा। बड़ियां तुकां ने गुरु ग्रंथ साहिब विच, व्याख्या हो सकती है। ਇਹਦੇ ਉੱਤੇ एक ਵੱਡੀ सारी किताब भी लिखी जा सकती है। माया ਦੇ ਨਾਲ ਇਹ विचार दुनिया के कोने-कोने तक पहुँचाए जा सकते हैं, ਉਹਨਾਂ ਨੂੰ समझाए जा सकते हैं, वो याद भी कर लेंगे, सब कुछ हो जाएगा। पर आ ਜਿਹੜੇ पहले 2 लफ्ज ने ना, गुरप्रसादी जिन्ना लिव लागी, जिन्ना चिर ये 2 घटनावां नहीं घटदियां, कोई भी बंदा माया दे विच नहीं पा सकता। क्योंकि बंदा हर एक चीज़ दे विचों क्लीन चिट लैनी चाहुंदा। वेखो गुरु अमरदास जी ने कह दिता जी माया दे विच ही मिल जांदा है, आराम करो, खाओ पीओ, मौज करो। गुरु ने छुट्टी दे दी है। बंदा लिखवाना चाहता गुरु कोलों भी, यतन करना चाहता। भाई गुरदास जी कहते ना, पूछत है वैद खात औखद ना संजम से, कैसे मिटे रोग सुख सहज समाइए। किवें मिटेगा रोग? बंदा गुरु कोलों धर्म कोलों क्लीन चिट लिखवाना चाहता है कि आ पाप मैं करांगा, पर यह पाप नहीं पुण्य है। ਉਹਦਾ यतन इस तरह करन दा। इस करके भाई गुरदास जी कहते हैं, जिन्ना चिर संजम नहीं, परहेज नहीं पालदा, तो कहानी इत्थे बड़ी कारगर है कि मरीज हकीम कोल जांदा, डॉक्टर कोल, ते उत्थे जाके उहदा सवाल सी, मेरा वजन नहीं घटदा, शरीर भार है। भाई गुरदास जी की उदाहरण देंदे ने। डॉक्टर ने कहा भी ਇਹਦਾ मैं दवाई भी देंगा, तेनों परहेज पालना पेगा। पुछया प्रशादे किन्ने छकदे हो? तो प्रशादे उसने कहा भी 10-12 छकना हर रोज़। उन्हें कहा नहीं, 3 टाइम तुसी 4-4 जी थां ते 1-1 प्रशादा छको, ये परहेज है। ते आ दवाई फड़ो, 1 महीने बाद आके वेखना, भार तोल के जाओ, भार घट जाएगा, रोग भी हटणगे, जिहड़े होर रोग लगे वो चला गया। जिन्ना वजन सी उस तरह कायम है, कोई वजन नहीं घटिया। हकीम सी तजर्बेकार, उन्हें कहा तो हो ही नहीं सकता, दवाई ठीक खाधी होवे ते परहेज भी पालिया होवे ते तुहाडा वजन ना घटे, तो हो नहीं सकता। उन्हें कहा जी परहेज बिल्कुल पालिया। पुछो, घर वाली नाल सी, तुसी 1-1 प्रशादा किया सी, 4 दी थां ते 1-1 3 टाइम। परेशानी विच पिया वो हकीम जिहड़ा है, जिवें गुरु साहब साडी गल सुन के परेशानी विच पैंदे होणगे भी ये कहंदे ने असीं कीता भी सारा कुछ, होया कुछ भी नहीं, फर्क कोई भी नहीं पिया। जदों बहुता हकीम परेशान होण लगा तो उहदे घर वाली वो जिहड़ा आदमी गया सी, उहनूं तरस आ गया उस हकीम ते। बड़े घट लोग ने जिन्हां नूं हकीम ते गुरु ते तरस आउंदा है भी इन्हां दा काम थोड़ा जिहा घटा दईए। उहनूं तरस आ गया। उन्हें कहा जी मैं थोड़ी जी तुहानूं जानकारी दे देनी आ, प्रशादा इन्हां जरूर 4 दी थां ते 1 छकिया, 12 दी थां ते 3 छके ने सारे दिन विच, पर इन्हां मैनूं स्कीम तरीका सिखा दिता सी बई प्रशादे की गिनती 4 तो 1 करी, पर 4 प्रशादियां दा आटा 1 रोटी नूं लाउणा है। आटा नहीं घटाया, गिनती घटा लई, तरीका बदल गया।
ਅਸੀਂ ਕਹਿੰਦੇ ਆ ਬਾਣੀ ਪੜ੍ਹਨੇ ਆ, ਫਰਕ ਕੋਈ ਨਹੀਂ ਪੈਂਦਾ, ਆਟਾ ਉਨਾ ਹੀ ਸਾਧ ਸੰਗਤ, ਰੋਟੀਆਂ ਘਟ ਜਾਂਦੀਆਂ ਨੇ, ਹੋਰ ਕੁਝ ਵੀ ਨਹੀਂ ਹੈ। ਗਿਣਤੀ ਘਟ ਗਈ, ਥੋੜ੍ਹੇ ਜਿਹੇ ਲਫ਼ਜ਼ ਬਦਲ ਗਏ, ਥੋੜ੍ਹੇ ਜਿਹੇ ਕੱਪੜੇ ਬਦਲ ਲਏ, ਥੋੜ੍ਹਾ ਜਿਹਾ ਉੱਠਣਾ ਬੈਠਣਾ ਸਿੱਖ ਲਿਆ। ਅਸੀਂ ਕਿਹਾ ਜੀ ਧਰਮੀ ਤੇ ਹੋ ਗਏ ਹਾਂ, ਹੁਣ ਪਾਪ ਦੁੱਖ ਤੇ ਹਟਿਆ ਨਹੀਂ, ਕਰੀਏ ਕੀ? ਫਿਰ ਕਵਾਂਗੇ ਜੀ ਕਲਯੁਗ ਆ ਗਿਆ ਜੀ, ਹੁਣ ਅਸਰ ਨਹੀਂ ਹੁੰਦਾ। ਕਲਯੁਗ ਦਾ ਉੱਥੇ ਜਿੱਥੇ ਬੰਦੇ ਦਾ ਆਪਣਾ ਗੁਨਾਹ ਹੁੰਦਾ, ਉੱਥੇ ਕਲਯੁਗ ਨੂੰ ਵਿੱਚ ਲੈ ਘਸੀਟ ਕੇ ਲੈ ਆਉਂਦਾ ਹੈ। ਕਲਯੁਗ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਬਚਨ ਕੀਤੇ ਨੇ, ਕਹਿਣ ਲੱਗੇ ਨਾ ਕਹੀਂ ਕਿ ਕਲਯੁਗ ਦਾ ਗੁਨਾਹ ਹੈ, ਹੋਰ ਕਿਸੇ ਦਾ ਹੈ। ਜਾਂ ਤੈਨੂੰ ਪਤਾ ਨਹੀਂ, ਇਹ ਵੀ ਗਲਤ ਹੈ। ਹਜ਼ੂਰ ਨੇ ਕਿਹਾ ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ। ਸਾਰਾ ਪਤਾ ਤੈਨੂੰ, ਇਹ ਬਿਲਕੁਲ ਪੂਰਾ ਪਤਾ ਤੈਨੂੰ। ਇਹ ਨਹੀਂ ਵੀ ਪਤਾ ਨਹੀਂ, ਪਤਾ ਹੋਣ ਦੇ ਬਾਵਜੂਦ ਕਹਿ ਦੇਣਾ ਜੀ ਸਮਝ ਨਹੀਂ ਆਈ, ਬਾਣੀ ਬੜੀ ਔਖੀ ਹੈ। ਜਾਣ ਬੂਝ ਕੇ ਬਾਬਰੇ ਤੈਂ ਕਾਜ ਵਿਗਾਰਿਓ, ਪਾਪ ਕਰਤ ਸੁਖਚਿਓ ਨਹੀਂ। ਸੁਖਚਿਓ ਦਾ ਅਰਥ ਹੈ ਸੰਕੋਚ ਕਰਨਾ। ਪਾਪ ਸੰਕੋਚ ਕੀਤੇ ਹੀ ਹਟਦਾ ਹੈ। ਜੀਵਨ ਵਿੱਚ ਕੋਈ ਵੀ ਪਾਪ ਹੈ, ਕਦੀ ਇੱਕ ਦਿਨ ਖਤਮ ਨਹੀਂ ਹੁੰਦਾ ਕਿ ਅੱਜ ਖਤਮ ਹੋ ਗਿਆ। ਸੰਕੋਚ ਕਰੇ ਉਹਦੇ ਉੱਤੇ ਮਨੁੱਖ, ਸੰਕੋਚ ਕਰਦਾ ਜਾਏ, ਸੰਕੋਚਦਾ ਜਾਏ, ਥੋੜਾ 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 ਥੋੜਾ, ਤੇ ਜਿਉਂ-ਜਿਉਂ ਸੰਕੋਚ ਸ਼ੁਰੂ ਕਰਦਾ, ਸੰਕੋਚ ਬੀਜ ਹੁੰਦਾ ਹੈ ਉਹਨੂੰ ਖਤਮ ਕਰਨ ਵਾਲਾ। ਇੱਕ ਦਿਨ ਕਦੀ ਕੋਈ ਪਾਪ ਨਹੀਂ ਹਟਿਆ। ਗੁਰੂ ਤੇਗ ਬਹਾਦਰ ਸਾਹਿਬ ਨੇ ਲਾਏ ਨਾ 27 ਸਾਲ। ਇੰਨਾ ਲੰਮਾ ਸਮਾਂ ਕਿਉਂ ਲਾਇਆ? ਲਾ ਕੇ ਦਿਖਾਇਆ ਔਰ ਸਾਡਾ ਜਵਾਬ ਦਿੱਤਾ ਕਿ ਜਿਹੜੇ ਅਸੀਂ ਕਹਿੰਦੇ ਹਾਂ ਵੀ ਇੰਨੇ ਸਾਲਾਂ ਤੋਂ ਅਸੀਂ ਬਾਣੀ ਪੜ੍ਹਦੇ ਹਾਂ, ਸਾਡਾ ਕੁਝ ਹੋਇਆ ਨਹੀਂ। ਕਿਤੇ ਰੱਬ ਦੇ ਪਿਆਰਿਆਂ ਨੂੰ ਕਿਸੇ ਪੁੱਛਿਆ ਸੀ, ਅਸੀਂ 2 ਸਾਲਾਂ ਤੋਂ ਕਰ ਰਹੇ ਹਾਂ, ਜਿਵੇਂ ਤੁਸੀਂ ਕਿਹਾ, ਮਨ ਨਹੀਂ ਟਿਕਦਾ, ਸਰੀਰ ਨਹੀਂ ਬਹਿੰਦਾ, ਗੋਡੇ ਦਰਦ ਹੁੰਦੇ ਨੇ, ਬੈਠਾ ਨਹੀਂ ਜਾਂਦਾ। ਉਹਨਾਂ ਨੇ ਜਵਾਬ ਬਹੁਤ ਪਿਆਰਾ ਦਿੱਤਾ ਸੀ। ਕਹਿਣ ਲੱਗੇ ਜਦੋਂ ਬੈਠਿਆਂ ਗੋਡੇ ਦਰਦ ਹੋਣ ਨਾ, ਬਾਣੀ ਪੜ੍ਹਦਿਆਂ ਮਨ ਕਾਹਲਾ ਪਵੇ ਤੇ ਅੰਦਰ ਬੇਵਿਸ਼ਵਾਸੀ ਆਵੇ, ਧੀਰਜ ਨਾ ਆਵੇ ਵੀ ਪਤਾ ਨਹੀਂ ਹੈ ਵੀ ਇਹ ਕਿ ਨਹੀਂ, ਜਿਹਨੂੰ ਯਾਦ ਕਰਨੇ ਆ ਪਏ। ਤੇ ਜਦੋਂ ਇਹ ਬੇਵਿਸ਼ਵਾਸੀ ਆਏਗੀ ਸਿੱਖਾ, ਉਦੋਂ ਧਿਆਨ ਕਰੀ ਬਾਬੇ ਬਕਾਲੇ ਵਾਲੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਦਾ। ਉਧਰੋਂ ਵੇਖੀ ਜੇ ਉਹ 26-27 ਸਾਲ ਲਾਉਂਦੇ ਨੇ, ਤੂੰ ਵੀ ਲਾ ਉਹਨੇ। ਤੇ ਯਕੀਨ ਹੈ ਗੁਰੂ ਤੇ ਇੰਨਾ ਵੱਡਾ ਹੈ। ਪਿਛਲੇ ਦਿਨੀ ਮੈਂ ਉੱਥੇ ਨਮਸਕਾਰ ਕਰਨ ਗਿਆ, ਉੱਥੇ ਖਿਆਲ ਆਇਆ ਸੀ ਕਿ ਗੁਰੂ ਨੇ, ਗੁਰੂ ਪਿਤਾ ਹੈ, ਉਹਨੇ 26-27 ਸਾਲ ਸਿੱਖ ਵਾਸਤੇ ਸਿਮਰਨ ਕੀਤਾ ਉੱਥੇ ਬੈਠ ਕੇ। ਗੁਰੂ ਤੇਗ ਬਹਾਦਰ ਸਾਹਿਬ ਨੇ ਬਾਬੇ ਬਕਾਲੇ ਦੇ ਵਿੱਚ ਭੋਰਾ ਸਾਹਿਬ, ਤੁਸੀਂ ਅੱਜ ਵਹਿੰਦੇ ਹੋ, ਹੈ ਨਾ ਭੋਰਾ ਸਾਹਿਬ। ਕੁਝ ਸੱਜਣ ਕਹਿੰਦੇ ਭੋਰਾ ਕਿਉਂ? ਸਿੱਖੀ ਵਿੱਚ ਕਰਮ ਕਾਂਡ ਹੈ। ਕਿਹੜੀਆਂ ਚੀਜ਼ਾਂ ਵਿੱਚ ਅਸੀਂ ਫਸ ਗਏ? ਭੋਰੇ ਦਾ ਸੰਬੰਧ ਕਿਸੇ ਕਰਮ ਕਾਂਡ ਨਾਲ ਨਹੀਂ। ਭੋਰੇ ਸਿਰਫ ਤਾਂ ਚੁਣੇ ਸਨ ਗੁਰੂ ਸਾਹਿਬ ਨੇ ਵੀ ਜ਼ਰੂਰੀ ਕੰਮ ਕਰਨਾ ਸੀ, ਬਾਹਰੋਂ ਆਵਾਜ਼ਾਂ ਆਉਂਦੀਆਂ ਸਨ, ਲੋਕ ਤੰਗ ਕਰਦੇ ਸਨ ਮਿਲਣ ਵਾਲੇ। ਇੱਕ ਵਿਗਿਆਨ ਸੀ ਭੋਰੇ ਵਿੱਚ ਬਹਿਣਾ, ਕੋਈ ਕਰਮ ਕਾਂਡ ਨਹੀਂ ਸੀ ਕਿ ਇੱਥੇ ਆਵਾਜ਼ ਨਾ ਆਵੇ ਸਿਮਰਨ ਕਰਦਿਆਂ ਤੇ ਲੋਕ ਉੱਥੋਂ ਤੱਕ ਪਹੁੰਚ ਨਾ ਸਕੇ ਕੋਈ ਮਿਲਣ ਵਾਲੇ। ਤਾਂ ਵਰਤੋਂ ਕੀਤੀ, ਪਰ ਸਾਨੂੰ ਡਰ ਆ ਗਿਆ ਭੋਰਿਆਂ ਤੋਂ, ਕਿਉਂਕਿ ਭੋਰੇ ਦਾ ਅਰਥ ਇਕਾਂਤ, ਇਕਾਂਤ ਵਿੱਚ ਰਹਿਣਾ। ਤੇ ਇਸ ਧਰਤੀ ਤੇ ਸਭ ਤੋਂ ਔਖਾ ਹੈ ਇਕਾਂਤ ਵਿੱਚ ਰਹਿਣਾ, ਇਕੱਲੇ ਰਹਿਣਾ। ਕਿਸੇ ਸਿਆਣੇ ਗੁਰਮੁਖ ਦੇ ਬਚਨ ਨੇ, ਉਹ ਕਹਿੰਦੇ ਨੇ ਆਦਮੀ ਸਭ ਤੋਂ ਜ਼ਿਆਦਾ ਘਬਰਾਉਂਦਾ ਕਿਤੇ ਇਕੱਲਾ ਨਾ ਹੋ ਜਾਏ। ਕਹਿੰਦੇ ਘਬਰਾਉਂਦਾ ਕਿਉਂ ਇਕੱਲੇ ਹੋਣ ਤੋਂ? ਕਿਉਂਕਿ ਜਦੋਂ ਇਕੱਲਾ ਹੁੰਦਾ ਉਹਨੂੰ ਆਪਣਾ ਆਪ ਦਿਸਦਾ ਹੈ, ਤੇ ਜਦੋਂ ਆਪਣਾ ਆਪ ਦਿਸਦਾ ਆਪਣੇ ਪਾਪ ਦਿਸਦੇ ਨੇ। ਇਸ ਲਈ ਉਹ ਕਹਿੰਦਾ ਰੌਲੇ ਵਿੱਚ ਰਹੋ, ਨਾ ਆਪਣਾ ਆਪ ਦਿਸੇ ਨਾ ਪਾਪ ਦਿਸਣ, ਤੇ ਨਾ ਕੋਈ ਛੱਡਣਾ ਪਵੇ। ਲੋਕਾਂ ਵਿੱਚ ਰਹੋ, ਰੌਲੇ ਵਿੱਚ, ਦੂਜਿਆਂ ਨੂੰ ਵਹਿੰਦੇ ਰਹੋ ਸਾਰੀ ਉਮਰ, ਗੁਆਂਢ ਵਿੱਚ ਕੀ ਹੈ, ਫਲਾਣੇ ਨੇ ਕੀ ਕੀਤਾ ਹੈ, ਉਹਨੇ ਕੀ ਕੀਤਾ ਹੈ। ਕਦੀ ਇਹ ਸੋਚਣ ਦਾ ਮੌਕਾ ਹੀ ਨਾ ਮਿਲੇ ਮੈਂ ਕੀ ਕੀਤਾ ਹੈ। ਇਸ ਕਰਕੇ ਉਹ ਭੀੜ ਵਿੱਚ ਰਹਿੰਦਾ। ਇਕਾਂਤ ਭੋਰੇ ਦੇ ਅਰਥ ਕੀ ਨੇ? ਆਦਮੀ ਇਕੱਲਾ ਹੋ ਜਾਏ। ਇਹ ਵੱਖਰੀ ਗੱਲ ਹੈ, ਉਹ ਬਾਹਰ ਵੀ ਇਕੱਲਾ ਹੋ ਜਾਏ ਜਿੱਦਣ, ਉਦਣ ਉਹਨੂੰ ਭੋਰੇ ਦੀ ਕੋਈ ਲੋੜ ਨਹੀਂ, ਕਿਸੇ ਇਕਾਂਤ ਦੀ ਲੋੜ ਨਹੀਂ ਰਹਿੰਦੀ ਉਸਨੂੰ।
ਸੋ ਇਕਾਂਤੀ ਜਿਸ ਰਿਦਾ ਥਾਏ, ਪਰ ਉਹ ਇਕਾਂਤ ਪੈਦਾ ਕਰਨ ਵਾਸਤੇ ਪਹਿਲਾਂ ਸਾਧਨ ਤੇ ਅਪਣਾਉਣੇ ਪੈਣਗੇ। ਇਸ ਕਰਕੇ ਭੋਰਾ ਕਰਮਕਾਂਡ ਨਹੀਂ, ਵਿਗਿਆਨ ਹੈ। ਉਹਦੇ ਵਿੱਚ ਆਦਮੀ ਇਕੱਲਾ ਹੁੰਦਾ ਹੈ ਤੇ ਇਕੱਲ ਵਿੱਚ ਆਪਣਾ ਆਪ ਦਿਸਦਾ ਹੈ। ਉਸ ਆਪਣੇ ਆਪ ਵਿੱਚ ਦਿਸੇਗਾ ਮੈਂ ਕਿੱਥੇ ਖੜਾ। ਤੇ ਮੈਨੂੰ ਉੱਥੇ ਖਿਆਲ ਆਇਆ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭੋਰੇ ਨਾਲ, ਇਕਾਂਤ ਨਾਲ ਕਿੰਨਾ ਪਿਆਰ ਸੀ। ਜੇ ਭਗਤੀ ਕੀਤੀ ਤਾਂ ਵੀ ਇਕਾਂਤ ਵਿੱਚ, ਤੇ ਜੇ ਜਨਮ ਹੋਇਆ ਗੁਰੂ ਕੇ ਮਹਿਲ, ਉੱਥੇ ਵੀ ਜਦੋਂ ਦਰਸ਼ਨ ਕੀਤੇ ਜਾ ਕੇ ਗੁਰਦੁਆਰਾ ਸਾਹਿਬ ਉੱਪਰ ਬਣਿਆ, ਭਾਵੇਂ ਉਹ ਪੁਰਾਣੀ ਥਾਂ ਹੋਵੇ, ਪਰ ਮੈਨੂੰ ਇੰਝ ਲੱਗਾ ਕਿ ਜਨਮ ਵੀ ਕਿਸੇ ਨੀਵੇਂ ਥਾਂ ਤੇ ਹੋਇਆ ਹੈ। ਉਹ ਵੀ ਅੱਜ ਨੀਵੇਂ ਥਾਂ ਤੇ ਬਿਲਕੁਲ ਨਿਵਾਣ ਵਿੱਚ ਹੈ। ਇੰਨਾ ਪਿਆਰ ਸੀ, ਇੰਨਾ ਸਨੇਹ ਸੀ ਇਕਾਂਤ ਨਾਲ, ਕਿਉਂਕਿ ਇਕਾਂਤ ਧਰਮ ਨੂੰ ਜਨਮ ਦਿੰਦੀ ਹੈ, ਭੀੜ ਨਹੀਂ। ਤੁਸੀਂ ਕਦੀ ਵੇਖਣਾ ਜਦੋਂ ਮਾਂ ਬੱਚੇ ਨੂੰ ਜਨਮ ਦੇਵੇਗੀ ਤੇ ਇਕਾਂਤ ਵਿੱਚ ਚਲੀ ਜਾਏਗੀ, ਮਾਰਕੀਟ ਵਿੱਚ ਨਹੀਂ, ਬਾਜ਼ਾਰ ਵਿੱਚ ਨਹੀਂ ਹੈ। ਇੱਥੋਂ ਤੱਕ ਕਿ ਜਿਹੜੇ ਜੰਗਲੀ ਜਾਨਵਰ ਵੀ ਨੇ, ਸ਼ੇਰਨੀ ਬੱਚੇ ਨੂੰ ਜਨਮ ਦਿੰਦੀ ਹੈ ਤੇ ਇਕਾਂਤ ਦੀ ਖੋਜ ਕਰਦੀ ਹੈ, ਜਿੱਥੇ ਹੋਰ ਨਾ ਕੋਈ ਹੋਵੇ। ਬਹੁਤੇ ਜਾਨਵਰ ਨੇ, ਅੰਡਜ, ਜੇਰਜ ਤੇ ਸੇਤਜ, ਉਤਪੁਜ ਚਾਰੇ ਨੇ। ਕਿਸੇ ਅੰਡਜ ਵਾਲੇ ਜੀਵ ਨੇ ਆਂਡਾ ਦੇਣਾ ਹੋਵੇ, ਤੁਸੀਂ ਕਦੀ ਵੇਖਣਾ ਹੋਵੇ ਇਕਾਂਤ ਦੀ ਖੋਜ ਕਰੇਗਾ, ਕਿਉਂਕਿ ਇੱਕ ਨਵੇਂ ਜੀਵਨ ਨੂੰ ਜਨਮ ਦੇ ਰਿਹਾ, ਇਕਾਂਤ ਚਾਹੀਦੀ ਹੈ। ਆਪਣੇ ਵਿੱਚੋਂ ਇੱਕ ਨਵੇਂ ਜਨਮ ਨੂੰ, ਨਵੇਂ ਜੀਵਨ ਨੂੰ ਜਨਮ ਦੇਣਾ ਇਕਾਂਤ ਵਿੱਚ ਹੀ ਹੋਏਗਾ। ਇਹ ਠੀਕ ਹੈ, ਗੁਰੂ ਸਾਹਿਬ ਨੇ ਕਿਹਾ ਸੰਗਤ ਕਰ, ਸੰਗਤ ਕਰ ਉਹਨਾਂ ਦੀ ਜਿਹੜੇ ਇਕਾਂਤ ਵਿੱਚ ਚਲੇ ਗਏ ਨੇ, ਜਿਹੜੇ ਇਕੱਲੇ ਹੋ ਗਏ ਨੇ, ਤਾਂ ਕਿ ਤੈਨੂੰ ਇਕੱਲੇ ਹੋਣ ਦੀ ਹਿੰਮਤ ਆ ਜਾਏ। ਸਭ ਤੋਂ ਵੱਡੀ ਸਫਲਤਾ ਕੀ ਹੈ ਬੰਦੇ ਦੀ ਜੀਵਨ ਦੀ? ਮੌਤ ਨੂੰ ਕਿਹਨਾਂ ਨੇ ਜਿੱਤਿਆ? ਜਿਹੜੇ ਇਕਾਂਤ ਰਹਿਣ ਵਿੱਚ ਕਾਮਯਾਬ ਹੋ ਗਏ, ਇਕੱਲੇ ਰਹਿਣ ਵਿੱਚ। ਨਹੀਂ ਤੇ ਆਦਮੀ ਪਾਗਲ ਹੋ ਜਾਂਦਾ ਇਕੱਲਾ ਹੋ ਕੇ, ਦੌੜਦਾ ਭੱਜਦਾ ਹੈ। ਸਵੇਰੇ ਉੱਠਦਿਆਂ ਸਾਰ ਅਜੇ ਅੱਖਾਂ ਨੂੰ ਪਾਣੀ ਨਹੀਂ ਮਾਰਦਾ, ਦੌੜ ਕੇ ਗੇਟ ਤੇ ਜਾਂਦਾ, ਅਖਬਾਰ ਚੁੱਕ ਕੇ ਲਿਆਉਂਦਾ। ਕੀ ਉਹਦੇ ਵਿੱਚ? ਉਹਦੇ ਵਿੱਚ ਸਾਰੀ ਦੁਨੀਆ ਦੇ ਲੋਕ ਨੇ, ਸਾਰੀ ਦੁਨੀਆ ਦੀਆਂ ਖਬਰਾਂ ਨੇ, ਕਿਉਂਕਿ ਉਹਦੇ ਅੰਦਰਲਾ ਰੌਲਾ ਬਾਹਰ ਦੇ ਰੌਲੇ ਦੀ ਮੰਗ ਕਰਦਾ ਹੈ। ਅੰਦਰ ਇੰਨਾ ਸੰਸਾਰ ਉਹਨੇ ਭਰ ਲਿਆ ਕਿ ਬਾਹਰੋਂ ਸੰਸਾਰ ਖਿੱਚਦਾ ਹੈ। ਅਖਬਾਰ ਚੁੱਕ ਕੇ ਲਿਆਏਗਾ, ਅਖਬਾਰ ਨੇ ਮਿਲੀ, ਟੀਵੀ ਆਨ ਕਰੇਗਾ, ਖਬਰਾਂ ਸੁਣੇਗਾ, ਅੱਜ ਕੀ ਹੋਇਆ, ਭੱਜੇਗਾ, ਦੌੜੇਗਾ। ਉੱਥੇ ਕਿੱਥੇ ਨਾਮ ਹੈ, ਉੱਥੇ ਕਿੱਥੇ ਧਰਮ ਹੈ? ਧਰਮੀ ਬੰਦੇ ਦੀ ਤੇ ਨਿਸ਼ਾਨੀ ਇਹ ਹੈ, ਉਹਦੀ ਪਹਿਲੀ ਅੱਖ ਖੁੱਲਦਿਆਂ ਸਾਰ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੈ। ਇਹ ਪਹਿਲ ਉਹਦੀ ਸ਼ੁਰੂਆਤ, ਇੱਥੋਂ ਆਰੰਭਤਾ ਹੁੰਦੀ ਹੈ। ਇਸ ਕਰਕੇ ਇਹ ਮਾਇਆ ਦਾ ਸਰੂਪ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ। ਮਾਇਆ ਦੇ ਕਈ ਰੂਪ ਨੇ, ਪਰ ਉਹਦਾ ਇੱਕ ਰੂਪ ਗੁਰੂ ਅਮਰਦਾਸ ਜੀ ਨੇ ਕਿਹਾ, ਇਹ ਮਾਇਆ ਜਿਤ ਹਰ ਵਿਸਰੈ। ਜਿਹੜੇ ਕਰਮ ਨੂੰ ਕਰਦਿਆਂ, ਜੇ ਵੇਖਦਿਆਂ, ਜੋ ਕੁਝ ਸੁਣਦਿਆਂ, ਜੋ ਕੁਝ ਖਾਂਦਿਆਂ, ਜੋ ਕੁਝ ਪਹਿਨਦਿਆਂ, ਜਿਹੜਾ ਕੰਮ ਕਰਦਿਆਂ ਰੱਬ ਦੀ ਯਾਦ ਅੰਦਰੋਂ ਨਿਕਲਦੀ ਏ, ਉਹ ਸਾਰਾ ਮਾਇਆ ਹੈ। ਕੁਝ ਵੀ ਹੋਵੇ, ਫਿਰ ਮਾਇਆ ਤੋਂ ਬੰਦਾ ਬਚੇਗਾ ਕਿਵੇਂ? ਦੋ ਚੀਜ਼ਾਂ ਦਿੱਤੀਆਂ ਸੱਚੇ ਪਾਤਸ਼ਾਹ ਨੇ। ਕਹਿਣ ਲੱਗੇ ਐਵੇਂ ਨਾ ਕਹੀਂ ਸਾਡੇ ਗੁਰੂ ਨੇ ਕਿਹਾ ਵਿੱਚੇ ਹੀ ਮਾਇਆ ਪਾਇਆ, ਪਿੱਛੇ ਛੈਣੇ ਲੈ ਕੇ ਗਾਉਣ ਲੱਗ ਪਵਾਂਗੇ, ਵਿੱਚੇ ਮਾਇਆ ਪਾਇਆ ਜੀ। ਗੁਰੂ ਨੇ ਕਹਿ ਦਿੱਤਾ ਵਿੱਚ ਹੀ ਰਹੋ ਮਾਇਆ ਦੇ, ਜੇਬਾਂ ਕੱਟੋ ਲੋਕਾਂ ਦੀਆਂ, ਇਕੱਠੀ ਕਰੋ। ਇਹ ਨਹੀਂ ਕਿਹਾ। ਗੁਰੂ ਨੇ ਪਹਿਲਾਂ ਦੋ ਲਫ਼ਜ਼ ਕਹੇ ਸਨ, ਉਹ ਚੇਤੇ ਵਿੱਚ ਰਹਿਣ। ਗੁਰ ਪ੍ਰਸਾਦੀ, ਇੱਕ ਤੇ ਗੁਰੂ ਦੇ ਪ੍ਰਸਾਦ ਦਾ ਅਰਥ ਹੈ ਕਿਰਪਾ ਨੂੰ ਹਾਸਲ ਕਰ। ਗੁਰ ਪ੍ਰਸਾਦੀ, ਜਿਨ੍ਹਾਂ ਲਿਵ ਲਾਗੀ, ਜਿਨ੍ਹਾਂ ਦੀ ਲਿਵ ਲੱਗੀ ਏ ਉਹਨਾਂ ਵਾਸਤੇ ਕਹਿ, ਤਿੰਨੇ ਵਿੱਚੇ ਮਾਇਆ ਪਾਇਆ। ਹੁਣ ਲਿਵ ਲੱਗਣੀ ਨੇੜੇ ਦੀ ਗੱਲ ਹੈ। ਲਿਵ ਦਾ ਤੇ ਅਰਥ ਹੈ ਸਿੱਖ ਨੇ ਇੰਨਾ ਜਪ ਕੀਤਾ ਹੈ, ਇੰਨਾ ਅਭਿਆਸ ਕੀਤਾ ਹੈ ਬਾਣੀ ਦਾ, ਕਿ ਨਹੀਂ ਵੀ ਜੁੜਨਾ ਚਾਹੁੰਦਾ, ਜਿੱਥੇ ਬਹਿੰਦਾ ਉੱਥੋਂ ਉੱਠਣ ਨੂੰ ਚਿੱਤ ਨਹੀਂ ਕਰਦਾ, ਧਿਆਨ ਲੱਗ ਜਾਂਦਾ ਹੈ। ਨਾ ਉਸ ਨੂੰ ਭੁੱਖ ਸਤਾਉਂਦੀ ਹੈ, ਨਾ ਉਸ ਨੂੰ ਨੀਂਦ, ਨਾ ਉਸ ਨੂੰ ਹੋਰ ਕੋਈ ਸੰਸਾਰ। ਉਹ ਨਾ ਚਾਹੁੰਦਾ ਹੋਇਆ ਵੀ ਵਾਰ-ਵਾਰ ਉਸ ਸ਼ਬਦ ਦੇ ਧੁਰੇ ਵੱਲ ਖਿੱਚਿਆ ਜਾਂਦਾ। ਉਹਨੂੰ ਕਹਿੰਦੇ ਨੇ ਲਿਵ ਲੱਗ ਗਈ। ਤੇ ਜਿੰਨਾ ਚਿਰ ਲਿਵ ਨਹੀਂ ਲੱਗੇਗੀ, ਉਹਨਾਂ ਚਿਰ ਦੇਹ ਨਹੀਂ ਟਿਕੇਗੀ। ਇਹ ਨਿਸ਼ਾਨੀ ਹੈ।
ਗੁਰੂ ਅਮਰਦਾਸ ਜੀ ਨੇ ਨਾਲ ਹੀ ਦੱਸਿਆ। ਕਿਸੇ ਨੇ ਪੁੱਛਿਆ, ਮਹਾਰਾਜ ਜਦੋਂ ਬੈਠਦੇ ਹਾਂ ਦੇਹ ਨਹੀਂ ਟਿਕਦੀ, ਅੱਖਾਂ ਨਹੀਂ ਟਿਕਦੀਆਂ, ਸਰੀਰ ਨਹੀਂ ਟਿਕਦਾ। ਹਜ਼ੂਰ ਨੇ ਕਿਹਾ ਟਿਕੇ ਕਿਵੇਂ? ਦੇਹ ਵਿਚਾਰੀ ਦਾ ਗੁਨਾਹ ਕੀ ਹੈ? ਉਹਦੇ ਵਿੱਚ ਕੁਝ ਹੈ? ਦੇਹ ਨੂੰ ਕਿਉਂ ਦੋਸ਼ ਦਿੰਦੇ ਹੋ? ਇਹਦੇ ਵਿੱਚ ਤੇ ਵੇਖੋ ਕੀ ਵਰਤਦਾ ਪਿਆ। ਟਿਕਣ ਵਾਲੀ ਚੀਜ਼ ਵੀ ਵਿੱਚ ਪਾਈ ਕਦੀ? ਤੇ ਗੁਰੂ ਸਾਹਿਬ ਨੇ ਕਿਹਾ ਸਾਚੀ ਲਿਵੈ ਬਿਨ ਦੇਹ ਨਿਮਾਣੀ। ਦੇਹ ਤੇ ਨਿਮਾਣੀ ਵਿਚਾਰੀ ਕਿੱਥੇ ਟਿਕੇਗੀ? ਟਿਕਣ ਵਾਲੀ ਖੁਰਾਕ ਹੀ ਅੰਦਰ ਕਦੀ ਗਈ ਨਹੀਂ। ਅੰਦਰ ਅੱਖਾਂ ਦੇ ਰਾਹੀਂ, ਕੰਨਾਂ ਦੇ ਰਾਹੀਂ ਉਹ ਹੀ ਨੱਚ ਟੱਪ ਭੂਤ ਪ੍ਰੇਤ ਅੰਦਰ ਪਾਏ ਨੇ। ਹੁਣ ਕਹਿੰਦੇ ਟਿਕ ਜੇ, ਟਿਕੇ ਕਿੱਥੋਂ ਹੋਏ? ਉਹਨਾਂ ਨੇ ਅੰਦਰ ਛਾਲਾਂ ਮਾਰਨੀਆਂ ਜੋ ਕੁਝ ਪਾਇਆ ਸੀ। ਇਹ ਸਾਰਾ ਸੰਸਾਰ ਹੈ। ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਉਹ ਬੰਦਾ ਵਿਚਾਰਾ ਹੋ ਜਾਏਗਾ ਇਸ ਹਾਲਤ ਵਿੱਚ, ਉਹਦੀ ਵਾਹ ਨਹੀਂ ਚੱਲੇਗੀ। ਉਹ ਚਾਹੇ ਟਿਕਣਾ, ਟਿਕਿਆ ਨਹੀਂ ਜਾਏਗਾ। ਕਿਆ ਕਰੇ ਵਿਚਾਰੀਆ। ਮਹਾਰਾਜ ਫਿਰ ਜੇ ਅਸੀਂ ਟਿਕ ਨਹੀਂ ਸਕਦੇ, ਸਾਡੇ ਅੰਦਰ ਇਹ ਸਭ ਕੁਝ ਪੈ ਗਿਆ, ਹੁਣ ਕੀ ਕਰੀਏ? ਤੇ ਗੁਰੂ ਅਮਰਦਾਸ ਕਹਿੰਦੇ ਆ ਮੇਰੇ ਨਾਲ ਖੜਾ ਹੋ ਜਾ। ਕਹਿ ਰੱਬ ਨੂੰ ਇਸ ਤਰ੍ਹਾਂ ਬੋਲ, ਕਿਵੇਂ? ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਅਕਾਲ ਪੁਰਖ ਤੂੰ ਕਿਰਪਾ ਕਰ, ਤੇਰੇ ਤੋਂ ਬਿਨਾਂ ਇਹਨੂੰ ਟਿਕਾਉਣ ਦੀ ਸਮਰੱਥਾ ਹੋਰ ਕਿਸੇ ਵਿੱਚ ਨਹੀਂ ਹੈ। ਗੁਰੂ ਅੱਗੇ ਅਰਦਾਸ ਕਰ। ਗੁਰੂ ਗ੍ਰੰਥ ਸਾਹਿਬ ਨੂੰ ਕਹਿ ਕਿ ਤੁਧ ਬਾਜ ਸਮਰੱਥ ਕੋਏ ਨਾਹੀਂ, ਕਿਰਪਾ ਕਰ ਬਨਵਾਰੀਆ। ਤੇ ਸਾਫ਼ ਕਹਿ ਦਿੱਤਾ ਇਸ ਨੂੰ ਹੋਰ ਥਾਉ ਨਾਹੀਂ, ਸ਼ਬਦ ਲਾਗ ਸਵਾਰੀਆ। ਹੋਰ ਕੋਈ ਸ਼ਕਤੀ ਨਹੀਂ ਇਸ ਮਨ ਨੂੰ ਟਿਕਾਉਣ ਵਾਲੀ, ਸਰੀਰ ਨੂੰ, ਸ਼ਬਦ ਤੋਂ ਬਿਨਾਂ। ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਝੋਂ, ਕਿਆ ਕਰੇ ਵਿਚਾਰੀਆ। ਕੀ ਕਰੇਗਾ ਇਹਦਾ ਸਰੀਰ ਲਿਵ ਤੋਂ ਬਿਨਾਂ? ਇਸ ਕਰਕੇ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ। ਮਾਇਆ ਦੇ ਵਿੱਚ ਪਾ ਲਿਆ। ਜਨਕ ਨੇ ਪਾਇਆ। ਬਹੁਤ ਸਾਰੇ ਜਨਕ ਹੋਏ ਨੇ ਇਸ ਧਰਤੀ ਤੇ। ਬਹੁਤ ਸਾਰੇ ਲੋਕ ਹੋਏ ਨੇ ਜਿਨ੍ਹਾਂ ਨੇ ਭੋਗ ਦੇ ਵਿੱਚੋਂ ਜੋਗ ਦੀ ਖੋਜ ਕਰ ਲਈ ਹੈ। ਇਹਦੇ ਅਰਥ ਇਹ ਨਾ ਸਮਝਣਾ ਵੀ ਭੋਗ ਖਤਮ ਹੋ ਗਿਆ, ਨਹੀਂ। ਬਹੁਤ ਭੁਲੇਖਾ ਸੰਸਾਰ ਨੂੰ ਕਿ ਜਦੋਂ ਨਾਮ ਅੰਦਰ ਟਿਕਦਾ ਭੋਗ ਚਲਾ ਜਾਂਦਾ ਹੈ। ਚਲਾ ਨਹੀਂ ਜਾਂਦਾ, ਭੋਗ ਜੋਗ ਬਣ ਜਾਂਦਾ ਹੈ। ਵਾਸ਼ਨਾ ਨਾਮ ਨਾਲ ਓਤ-ਪੋਤ ਹੋ ਜਾਂਦੀ। ਵਾਸ਼ਨਾ ਰਹਿੰਦੀ ਉੱਥੇ, ਕੋਈ ਸ਼ੱਕ ਨਹੀਂ। ਸਰੀਰ ਹੈ, ਸਰੀਰ ਵਿੱਚ ਵਾਸ਼ਨਾ ਹੈ, ਪਰ ਉਹਦੀ ਵਾਸ਼ਨਾ ਦੇ ਵਿੱਚ ਨਾਮ ਬਣਿਆ ਰਹੇਗਾ। ਬੜੀ ਔਖੀ ਸਥਿਤੀ ਹੈ। ਅਸਲ ਵਿੱਚ ਆਦਮੀ ਜਿੱਤਦਾ ਹੀ ਉੱਥੇ ਹੈ ਜਿੱਥੇ ਇੱਕੋ ਵਕਤ ਵਾਸ਼ਨਾਗ੍ਰਸਤ ਵੀ ਹੋਵੇ ਤੇ ਨਾਮ ਵਿੱਚ ਵੀ ਜੁੜਿਆ ਰਹੇ। ਇਹ ਥੋੜ੍ਹੀ ਜਿਹੀ ਆਪ ਜੀ ਨੂੰ ਗੱਲ ਆਊਟ ਲੱਗੇਗੀ, ਪਰ ਕਹਾਣੀ ਇੱਥੇ ਜਾ ਕੇ ਖਤਮ ਹੋਣੀ ਹੈ ਜਿੱਥੇ ਇੱਕੋ ਵਕਤ, ਮੈਂ ਪਿੱਛੇ ਬੇਨਤੀ ਵੀ ਕਰਕੇ ਆਇਆ ਸਾਂ, ਸੰਸਾਰੀ ਦਾ ਕਾਮ ਵੱਖਰਾ ਹੈ, ਧਰਮੀ ਦਾ ਕਾਮ ਵੱਖਰਾ। ਕਾਮ ਦੋਵਾਂ ਕੋਲ ਹੈ, ਵਾਸ਼ਨਾ ਦੋਵਾਂ ਕੋਲ ਹੈ। ਸੰਸਾਰੀ ਦਾ ਕ੍ਰੋਧ ਵੱਖਰਾ ਹੈ, ਧਰਮੀ ਦਾ ਕ੍ਰੋਧ ਵੱਖਰਾ ਹੈ। ਸੰਸਾਰੀ ਦਾ ਕ੍ਰੋਧ ਹੈ ਪੱਥਰ ਤੇ ਲਕੀਰ ਵਾਂਗ, ਇੱਕ ਵਾਰੀ ਜਿੱਥੇ ਕ੍ਰੋਧ ਕਰ ਲਿਆ ਸਾਰੀ ਉਮਰ ਵੈਰ ਰੱਖਿਆ, ਪੱਕੀ ਲਕੀਰ ਵੱਜ ਗਈ। ਧਰਮੀ ਦਾ ਕ੍ਰੋਧ ਇਸ ਤਰ੍ਹਾਂ ਨਹੀਂ, ਕ੍ਰੋਧ ਉਹਨੂੰ ਵੀ ਆਉਂਦਾ ਹੈ। ਧਰਮੀ ਦਾ ਕ੍ਰੋਧ ਹੈ ਪਾਣੀ ਤੇ ਲੀਕ ਵਾਂਗ। ਹੁਣੇ ਆਇਆ ਸੀ, ਚੇਤਾ ਭੁੱਲ ਗਿਆ ਇਹਨੂੰ ਕੀ ਕਿਹਾ ਸੀ, ਇਹਨੇ ਮੈਨੂੰ ਕੀ ਕਿਹਾ ਸੀ। ਅਗਲੇ ਮਹੀਨੇ ਜੇ ਧਰਮੀ ਬੰਦੇ ਨਾਲ ਕੋਈ ਸੰਸਾਰਕ ਝਗੜ ਪਵੇ ਤੇ ਉਹ ਸਾਲ ਬਾਅਦ ਜਦੋਂ ਮਿਲਦਾ ਤੇ ਸੰਸਾਰੀ ਤਾਂ ਲਿਸਟ ਬਣਾ ਕੇ ਬੈਠਾ ਹੈ ਵੀ ਪਿਛਲੇ ਸਾਲ ਕੀ ਹੋਇਆ ਸੀ, ਕੀ ਕੀ ਬੋਲਿਆ ਸੀ, ਲਿਖਿਆ ਹੋਇਆ ਪੂਰਾ ਪੂਰਾ, ਵਿਆਕਰਣ ਸਮੇਤ ਸਿਆਰੀ ਬਿਆਰੀ ਪੂਰੀ ਯਾਦ ਹੈ ਕੀ ਬੋਲਿਆ ਸੀ, ਕੀ ਕਿਹਾ ਸੀ। ਪਰ ਜਿਹੜਾ ਧਰਮੀ ਹੈ ਸਾਲ ਬਾਅਦ ਮਿਲੇਗਾ, ਉਹ ਜੇ ਯਤਨ ਵੀ ਕਰੇਗਾ ਉਸ ਸਥਿਤੀ ਨੂੰ ਯਾਦ ਕਰਨ ਦੇ ਜਦੋਂ ਬੋਲ ਕਬੋਲ ਹੋਏ ਸਨ, ਉਹਨੂੰ ਚੇਤਾ ਨਹੀਂ ਆਏਗਾ, ਉਹਦੇ ਅੰਦਰੋਂ ਮਿਟ ਚੁੱਕਾ ਕਦੇ ਦਾ, ਫਿਰ ਉਸੇ ਤਰ੍ਹਾਂ ਮਿਲੇਗਾ। ਇਹ ਬਚਪਨ ਬੱਚੇ ਦੀ ਜੀਵਨ ਦਸ਼ਾ ਹੈ। ਤਾਂ ਇਸ ਤਰ੍ਹਾਂ ਉਹਦਾ ਕ੍ਰੋਧ ਵੱਖਰਾ ਹੈ, ਸੰਸਾਰੀ ਦਾ ਕ੍ਰੋਧ ਵੱਖਰਾ ਹੈ। ਇਸ ਤਰ੍ਹਾਂ ਸੰਸਾਰੀ ਦਾ ਕਾਮ ਵੀ ਵੱਖਰਾ ਹੈ, ਧਰਮੀ ਦਾ ਕਾਮ ਵੱਖਰਾ ਹੈ। ਪਾਣੀ ਤੇ ਲੀਕ ਵਾਂਗ ਹੈ, ਕੁਝ ਨਹੀਂ ਉਹਦੇ ਵਿੱਚ, ਨਾ ਉਹਦੀ ਛਾਪ ਪੈਂਦੀ ਮਨ ਤੇ, ਨਾ ਛਾਇਆ ਪੈਂਦੀ ਹੈ। ਉਹ ਇੱਕ ਸਹਿਜ ਕਿਰਿਆ ਹੈ ਜੀਵਨ ਦੀ, ਹੋਰ ਕੁਝ ਵੀ ਨਹੀਂ। ਉਹਦੇ ਨਾਲ ਚੰਬੜਦਾ ਹੀ ਨਹੀਂ, ਨਾ ਉਸ ਦਾ ਲੋਭ, ਨਾ ਮੋਹ, ਨਾ ਹੰਕਾਰ,
ਵਕਤੀ ਹੈ, ਸਿਰਫ ਥੋੜ੍ਹੇ ਚਿਰ ਵਾਸਤੇ ਹੈ। ਇਸ ਤਰ੍ਹਾਂ ਧਰਮ ਦੇ ਅਰਥ ਸਰੀਰਕ ਜੀਵਨ ਨੂੰ ਨਸ਼ਟ ਕਰਨਾ ਨਹੀਂ ਹੁੰਦਾ। ਇਸ ਖਿਆਲ ਨੂੰ ਫੈਲਾ ਕੇ ਬਹੁਤ ਸਾਰਾ ਧਰਮੀ ਸੰਸਾਰ ਦੇ ਲੋਕ ਧਰਮੀ ਨਹੀਂ ਹੁੰਦੇ, ਕਿਉਂਕਿ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਜੇ ਤੁਸੀਂ ਧਰਮ ਵਿੱਚ ਗਏ ਤੇ ਸੰਸਾਰ ਵੱਲੋਂ ਧੋਤੇ ਗਏ, ਖਤਮ ਹੋ ਗਏ। ਉਹ ਬੜੇ ਘੱਟ ਲੋਕ ਨੇ। ਉਹ ਇਸ ਧਰਤੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਕੋਟਨ ਮੈਂ ਨਾਨਕ ਕੋ ਨਾਰਾਇਣ ਜੇ ਚੀਤ ਹੈਨ, ਉਹ ਜਿਹੜੇ ਗਏ ਸੋ ਗਏ ਪੂਰੀ ਤਰ੍ਹਾਂ, ਦੇਹ ਦੇ ਰਹਿੰਦਿਆਂ ਦੇਹ ਤੋਂ ਪਾਰ ਵਿਦੇ ਹੋ ਗਏ। ਜਿਹੜਾ ਧਰਮੀ ਬੰਦਾ ਹੈ ਉਹਦੇ ਵਿੱਚ ਦੋਵੇਂ ਚੀਜ਼ਾਂ ਇਕੱਠੀਆਂ ਰਹਿੰਦੀਆਂ ਨੇ। ਸੋ ਮਾਇਆ ਦੇ ਸਰੂਪ ਕੀ ਹਨ ਤੇ ਧਰਮ, ਇਹ ਤਿੰਨ ਚੀਜ਼ਾਂ ਤੇ ਆਪਾਂ ਅੱਜ ਵਿਚਾਰ ਕੀਤੀ। ਮਨ ਕੀ ਹੈ, ਮਾਇਆ ਕੀ ਹੈ ਔਰ ਧਰਮ ਕਿੱਥੇ ਹੈ। ਧਰਮ ਇਹਨਾਂ ਦੋਵਾਂ ਨੂੰ ਕੰਟਰੋਲ ਰੱਖਦਾ ਹੈ। ਮਨ ਕਿੰਨਾ ਕੁ ਮਾਇਆ ਵਿੱਚ ਲੱਗੇ, ਧਰਮ ਦੀ ਇਹ ਜ਼ਰੂਰਤ ਹੈ, ਲੋੜ ਹੈ। ਗੁਰੂ ਦਾ ਅਰਥ ਹੈ, ਧਰਮ ਦਾ ਅਰਥ ਹੈ ਕੰਟਰੋਲਰ, ਟਰਾਂਸਫਾਰਮਰ, ਕਿ ਜਿਹੜਾ ਪਿੱਛੋਂ ਆ ਰਹੀ ਤੇਜ਼ ਲਾਈਟ ਨੂੰ ਕਨਵਰਟ ਕਰਕੇ ਜਿੰਨੀ ਕੁ ਚਾਹੀਦੀ ਉਨੀ ਅੱਗੇ ਦਿੰਦਾ ਹੈ। ਇਹ ਜ਼ਰੂਰਤ ਹੈ ਧਰਮ ਦੀ। ਇਹਦੇ ਤੋਂ ਬਿਨਾਂ ਜੀਵਨ ਨਹੀਂ ਕਿਸੇ ਕੰਮ ਦਾ। ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਅਵਸਥਾ ਦਾ ਵਰਣਨ ਕਰਦੇ ਹੋਏ ਕਹਿੰਦੇ, ਮਨ ਮਾਇਆ ਮੈਂ ਰਮ ਰਹਿਓ। ਰਮ ਰਹਿਓ ਦਾ ਅਰਥ ਹੈ ਸਮਾਇਆ ਹੋਇਆ। ਮਨ ਨੇ ਮਾਇਆ ਦਾ ਇੰਨਾ ਵਾਰ-ਵਾਰ ਅਭਿਆਸ ਕੀਤਾ ਕਿ ਹੁਣ ਮਾਇਆ ਦਾ ਰੂਪ ਧਾਰਨ ਕਰ ਗਿਆ। ਵੱਖਰਾ ਕਰਨਾ ਹੀ ਔਖਾ ਹੋ ਗਿਆ, ਨਿਕਲਦਾ ਨਹੀਂ। ਸਾਹਿਬ ਕਹਿੰਦੇ, ਨਿਕਸਤ ਨਾਹਿਨ ਮੀਤ। ਕੋਈ ਆਇਆ ਹੈ ਜਿਸ ਨੇ ਇਸ ਦਸ਼ਾ ਨੂੰ ਬਿਆਨਿਆ ਗੁਰੂ ਤੇਗ ਬਹਾਦਰ ਸਾਹਿਬ ਕੋਲ, ਉਹਨੂੰ ਹੀ ਮੀਤ ਕਹਿ ਰਹੇ ਨੇ, ਉਸ ਨੂੰ ਮਿੱਤਰ ਕਹਿ ਰਹੇ ਨੇ। ਹੇ ਮਿੱਤਰ, ਹੁਣ ਇਹ ਮਨ ਤੇਰਾ ਮਾਇਆ ਦੇ ਵਿੱਚ ਫਸ ਚੁੱਕਾ ਹੈ, ਨਿਕਲਦਾ ਨਹੀਂ। ਉਹਨੇ ਸਵਾਲ ਕੀਤਾ ਹੈ, ਕਿਉਂ ਨਹੀਂ ਨਿਕਲਦਾ? ਅੱਗੇ ਉਦਾਹਰਨ ਦੇ ਰਹੇ ਨੇ, ਕਹਿੰਦੇ, ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ। ਭੀਤ ਦਾ ਅਰਥ ਹੈ ਕੰਧ। ਇੱਕ ਤੇ ਉਦਾਹਰਨ ਵਿਦਵਾਨਾਂ ਨੇ ਇਹ ਵੀ ਦਿੱਤੀ ਹੈ ਕਿ ਕੰਧ ਦੇ ਵਿੱਚ ਛੈਣੀ ਦੇ ਨਾਲ ਖੋਦ ਕੇ ਬਣਾਇਆ ਹੋਇਆ ਚਿੱਤਰ, ਉਹ ਕੰਧ ਤੋਂ ਵੱਖਰਾ ਕਿਵੇਂ ਹੋਵੇ? ਹੋ ਨਹੀਂ ਸਕਦਾ। ਬਹੁਤ ਵੱਡਾ ਇਹਦੇ ਵਿੱਚ ਵਿਗਿਆਨ ਦਿੱਤਾ ਹੈ। ਮਨ ਮਾਇਆ ਦੇ ਵਿੱਚੋਂ ਨਿਕਲ ਨਹੀਂ ਸਕੇਗਾ। ਉਹਦਾ ਅਰਥ ਹੈ ਖੋਦੀ ਹੋਈ ਤਸਵੀਰ। ਜੇ ਕਿਸੇ ਤਸਵੀਰ ਨੂੰ ਮਿਟਾਉਣਾ ਹੈ ਤੇ ਤਰੀਕਾ ਇੱਕੋ ਹੀ ਹੈ, ਉਹਦੇ ਉੱਤੇ ਹੋਰ ਮਸਾਲਾ, ਹੋਰ ਸੀਮੈਂਟ ਲਾ ਕੇ ਉਹਨੂੰ ਬਰਾਬਰ ਕਰ ਦਿੱਤਾ ਜਾਏ। ਉਹ ਕਦੀ ਪੱਟਿਆ ਜਾ ਹੀ ਨਹੀਂ ਸਕਦਾ। ਤਾਂ ਜਿਉਂ-ਜਿਉਂ ਗੁਰਸਿੱਖ ਸਿਮਰਨ ਦੁਆਰਾ ਅਭਿਆਸ ਕਰਦਾ ਹੈ ਤੇ ਉਹ ਜਿਹੜੇ ਮਾਇਆ ਦੇ ਧੱਬੇ ਨੇ ਉਹ ਭਰਦੇ ਜਾਂਦੇ ਨੇ, ਸਾਫ਼ ਹੋ ਜਾਂਦਾ। ਮੂਰਤੀ ਖਤਮ ਹੋ ਗਈ ਮਨ ਦੀ। ਇਹਦੇ ਅਰਥ ਨੇ ਉਸ ਮੂਰਤੀ ਨੂੰ ਖਤਮ ਕਰੋ, ਵੱਖਰੀ ਨਹੀਂ ਹੋਏਗੀ। ਉਹਨੂੰ ਖਤਮ ਕਰਨਾ ਚਾਹੀਦਾ, ਉਹਦੀ ਕੋਈ ਹੋਂਦ ਨਹੀਂ। ਮਨ ਨੂੰ ਸਹਿਜੇ ਸਹਿਜੇ ਪਰਮਾਤਮਾ ਵਰਗਾ ਕਰ ਦੇਣਾ, ਕੰਧ ਵਰਗਾ ਕਰ ਦੇਣਾ, ਉਹਦੇ ਵਿੱਚ ਪਾ ਦੇਣਾ। ਇਸ ਤਰ੍ਹਾਂ ਜਿਵੇਂ ਕੰਧ ਨਹੀਂ ਛੱਡਦੀ, ਇਸ ਤਰ੍ਹਾਂ ਮਨ ਫਸਿਆ ਰਹਿੰਦਾ। ਫਿਰ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ, ਨਰ ਚਾਹਤ ਕਛ ਔਰੈ ਕੀ ਔਰੈ ਭਈ। ਇਹਦੇ ਵਿੱਚ ਬਹੁਤ ਵੱਡਾ ਵਿਸ਼ਾ। ਮਨੁੱਖ ਕੁਝ ਹੋਰ ਚਾਹੁੰਦਾ, ਹੁੰਦਾ ਕੁਝ ਹੋਰ ਹੈ। ਨਰ ਦੀ ਚਾਹਤ ਔਰ, ਬੰਦੇ ਦੀ ਚਾਹਤ ਵੱਖਰੀ ਹੈ। ਜੀਵਨ ਵਿੱਚ ਇੱਥੇ ਜੋ ਕੁਝ ਚੱਲ ਰਿਹਾ ਉਹ ਵੱਖਰਾ ਹੈ। ਇਹ ਵਿਸ਼ਾ ਆਪਾਂ ਸਵੇਰੇ ਵਿਚਾਰਾਂਗੇ। ਹੁਣ ਸਮਾਂ ਹੋ ਚੁੱਕਾ ਹੈ। ਇੱਕੋ ਹੀ ਸ਼ਲੋਕ ਜੋ ਕਿ 37 ਨੰਬਰ ਹੈ ਆਪਾਂ ਵਿਚਾਰ ਸਕੇ ਹਾਂ। ਸਵੇਰੇ ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਕੱਲ੍ਹ ਸਵੇਰੇ ਵੀ ਕਥਾ ਹੋਵੇਗੀ, ਸ਼ਾਮ ਨੂੰ ਵੀ ਸ਼ਲੋਕਾਂ ਦੀ ਵਿਚਾਰ ਇਸੇ ਤਰ੍ਹਾਂ ਚੱਲਦੀ ਰਹੇਗੀ। ਆਪ ਜੀ ਨੇ ਸਮੇਂ ਸਿਰ ਪਹੁੰਚਣਾ। ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਈਆਂ। ਆਓ ਹੁਣ ਰਹਿ ਰਸ ਸਾਹਿਬ ਬਾਣੀ ਦਾ ਪਾਠ ਕੀਤਾ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।